तो जो संविधान का सब तो गंदा डिसीजन ये सीगा, एक तो बिना किसी भी कैंडीडेट नूं सिंपली टिकट दे देनी बिना उहदी एजुकेशन तो बिना किसी चीज़ तो ते एक जदों बन जांदे ने जिहड़े काम नहीं करते वादे करके मुकरदे आ उन्हां लई कोई लीगल डॉकूमेंट्स नहीं रेडी कीते जांदे जां उन्हां नूं जवाबदेही गलत आ। ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਨੂੰ ਲੈ ਕੇ ਅਨਮੋਲ ਗਗਨ ਮਾਨ ਲੋਕਾਂ ਦੇ ਵਿੱਚ ਜਾਣਗੇ ਕਿ ਅਸੀਂ ਲੋਕਾਂ ਦੇ ਕੰਮ ਕਰਾਂਗੇ। ਮੇਰਾ ਇਹ ਟੀਚਾ ਹੈਗਾ ਕਿ ਖਰੜ ਨੂੰ ਪੰਜਾਬ ਦਾ ਨੰਬਰ 1 ਹਲਕਾ ਬਣਾਉਣਾ। ਉਹ ਲੱਗਦੇ ਸੀ ਕਹਿੰਦੇ ਚੰਗੀ ਕਮਾਈ ਅਨਮੋਲ ਗਗਨ ਮਾਨ ਹੁਣੇ ਕਰਦੇ ਸੀ, ਵਿਦੇਸ਼ਾਂ ਦੇ ਵਿੱਚ ਵੀ ਸ਼ੋਅ ਲੱਗਦੇ ਸੀ। ਉਹ तमाम ਚੀਜ਼ਾਂ ਛੱਡ ਕਿਉਂ ਦਿੱਤੀਆਂ ਕਿ ਐਮਐਲਏ ਬਣਨ ਦਾ ਸੁਪਨਾ ਸੀਗਾ ਵੀ ਐਮਐਲਏ ਬਣਨਾ। ਕਿਉਂ ਨਾ ਆਮ ਘਰਾਂ ਦੇ ਧੀ ਪੁੱਤ ਕਿਉਂ ਵਿਧਾਨ ਸਭਾ ਵਿੱਚ ਨਾ ਜਾਣ? ਕਦੋਂ ਤੱਕ ਇਹ ਜਿਹੜੇ ਕਰਪਟ ਲੀਡਰ ਇਹਨਾਂ ਦੇ ਬੱਚੇ ਸਿਆਸਤ ਵਿੱਚ ਜਾਂਦੇ ਰਹਿਣਗੇ? ਕਿਉਂਕਿ ਇਹਨਾਂ ਨੇ ਘਰਾਂ ਵਿੱਚ ਘਪਲੇ ਵੇਖੇ, ਅੱਗੇ ਵੀ ਘਪਲੇ ਕਰਨਗੇ। ਇਹਨਾਂ ਨੂੰ ਰੋਕਣ ਲਈ, ਨੱਥ ਪਾਉਣ ਲਈ ਤੇ ਪੰਜਾਬ ਦੇ ਲੋਕਾਂ ਨੂੰ ਇੱਕ ਪੰਜਾਬ ਨੂੰ ਸਹੀ ਰਾਹ ਦੇਣ ਦੇ ਲਈ ਆਮ ਘਰਾਂ ਦੇ ਬੱਚਿਆਂ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਸੀਗਾ। ਇਲੈਕਸ਼ਨ ਤੋਂ ਪਹਿਲਾਂ ਗੱਲਾਂ ਸਾਰੇ ਹੀ ਇਹੋ ਜਿਹੀਆਂ ਕਹਿੰਦੇ ਜਿਹੋ ਜਿਹੀਆਂ ਅਨਮੋਲ ਗਗਨ ਮਾਨ ਹੁਣੀ ਕਰ ਰਿਹਾ। ਲੋਕ ਅਨਮੋਲ ਗਗਨ ਮਾਨ ਤੇ ਭਰੋਸਾ ਕਰਕੇ ਵੋਟ ਕਿਉਂ ਪਾਉਣਗੇ? 25 ਸਾਲਾਂ ਵਿੱਚ 15 ਸਾਲ ਬਾਦਲ ਲਗਾਤਾਰ, 10 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਦੀ ਰਹੀ ਕਾਂਗਰਸ ਦੀ, ਇੱਕ ਮੌਕਾ ਆਪ ਨੂੰ ਕਿਉਂ ਨਹੀਂ? ਲੋਕ ਇਹ ਵੀ ਸਵਾਲ ਚੁੱਕਣਗੇ ਕਿ ਅਨਮੋਲ ਗਗਨ ਮਾਨ ਹੁਣੀ ਮਾਨਸਾ ਤੋਂ ਤਾਲੁਕ ਰੱਖਦੇ ਨੇ ਔਰ ਪੈਰਾਸ਼ੂਟ ਕੈਂਡੀਡੇਟ ਉਤਾਰ ਦਿੱਤਾ, ਇਸ ਤਰ੍ਹਾਂ ਨਹੀਂ ਕਹਿਣਗੇ ਲੋਕ? ਇੱਥੇ ਹੀ ਰਹਿ ਰਹੇ, ਇੱਥੇ ਪੜ੍ਹੀ ਲਿਖੀ ਹਾਂ ਮੈਂ, ਇੱਥੋਂ ਦੇ ਲੋਕਾਂ ਨੂੰ ਜਾਣਦੀ ਹਾਂ, ਇੱਥੇ ਹੀ ਮੇਰੇ ਸਹੇਲੀਆਂ ਰਹਿੰਦੀਆਂ ਨੇ, ਇੱਥੇ ਹੀ ਮੇਰੇ ਰਿਸ਼ਤੇਦਾਰ ਰਹਿੰਦੇ ਨੇ ਅੱਜ, ਤੇ ਇੱਥੋਂ ਦੀ ਵਾਸੀ ਹਾਂ ਹੁਣ ਮੈਂ। ਇੱਥੇ ਜਦੋਂ ਮੇਰਾ ਮੋਹ ਇੱਥੇ ਆ, ਇੱਥੋਂ ਦੇ ਆਦੀ ਹੋ ਚੁੱਕੇ ਹਾਂ। ਹੋਰ ਵੀ ਟਿਕਟ ਦੇ ਦਾਅਵੇਦਾਰ ਹੋਣਗੇ ਜਾਂ ਹਲਕਾ ਇੰਚਾਰਜ ਦੀ ਦੌੜ ਦੇ ਵਿੱਚ ਹੋਣਗੇ, ਉਹ ਲੋਕ ਲੱਗਦਾ ਸਪੋਰਟ ਕਰਨਗੇ ਅਨਮੋਲ ਗਗਨ ਮਾਨ ਹੋਣਾ ਦੀ? ਮਾੜੀ ਮੋਟੀ ਨਾਰਾਜ਼ਗੀ ਤਾਂ ਸੁਭਾਵਕ ਆ, ਇੱਕ ਅੰਦਰੂਨੀ ਮਾਮਲਾ ਤੇ ਇੰਨਾ ਕੁ ਹੋ ਜਾਂਦਾ। ਤੁਹਾਨੂੰ ਪਤਾ ਜਿੱਥੇ ਵੀ ਕੋਈ ਵੀ ਪਾਰਟੀ ਦੀ ਕਿਤੇ ਵੀ ਸੀਟ ਅਨਾਉਂਸ ਹੁੰਦੀ ਆ, ਕਈ ਜਣੇ ਹੁੰਦੇ ਆ। ਤਲਾਸ਼ ਕਰ ਲਿਆ ਕਿ ਆਮ ਆਦਮੀ ਪਾਰਟੀ 'ਚੋਂ ਕਿਹੜਾ ਚਿਹਰਾ ਹੋਊਗਾ ਆਮ ਆਦਮੀ ਪਾਰਟੀ ਦਾ ਜੋ ਸੀਐਮ ਦਾ ਦਾਅਵੇਦਾਰ ਹੋਊਗਾ? ਬਿਲਕੁਲ ਜੀ, ਤਲਾਸ਼ ਕਰ ਲਿਆ ਗਿਆ। ਜਸ਼ਨ ਵੀ ਦੇ ਆਏ ਹੋ ਕੇਜਰੀਵਾਲ ਸਾਹਿਬ ਨੂੰ? ਆਮ ਆਦਮੀ ਪਾਰਟੀ ਵੱਲੋਂ ਖਰੜ ਤੋਂ ਅਨਮੋਲ ਗਗਨ ਮਾਨ ਚੋਣ ਲੜਨ ਜਾ ਰਹੇ ਨੇ। 2022 ਦੀ ਚੋਣ ਦੀ ਤਿਆਰੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ ਔਰ ਕੱਲ ਰਾਤ ਹੀ ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ। ਅਨਮੋਲ ਗਗਨ ਮਾਨ ਸਾਡੇ ਨਾਲ ਮੌਜੂਦ ਨੇ, ਗੱਲਬਾਤ ਸ਼ੁਰੂ ਕਰਦੇ ਹਾਂ। ਅਨਮੋਲ ਜੀ, ਬਹੁਤ-ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ। ਕਿਸ ਤਰ੍ਹਾਂ ਦੇਖਦੇ ਹੋ तमाम ਚੀਜ਼ਾਂ ਨੂੰ ਲੈ ਕੇ 2022 ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਔਰ ਪਾਰਟੀ ਨੇ ਉਮੀਦਵਾਰ ਐਲਾਨ ਦਿੱਤਾ ਅਨਮੋਲ ਗਗਨ ਮਾਨ ਹੋਣਾ ਨੂੰ? ਜੀ ਬਾਈ ਜੀ, ਹਲਕਾ ਇੰਚਾਰਜ ਐਲਾਨਿਆ ਗਿਆ ਖਰੜ ਦਾ, ਤੇ ਅਸੀਂ ਪੂਰੀ ਜ਼ਿੰਮੇਵਾਰੀ ਨਾਲ ਆਪਣੀ ਮਤਲਬ ਮੇਰਾ ਇਹ ਟੀਚਾ ਹੈਗਾ ਕਿ ਖਰੜ ਨੂੰ ਪੰਜਾਬ ਦਾ ਨੰਬਰ 1 ਹਲਕਾ ਬਣਾਉਣਾ ਮੇਰਾ ਟੀਚਾ ਹੈ। ਤੇ ਸਾਰੀ ਲੀਡਰਸ਼ਿਪ ਨੇ ਜਿਹੜੇ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਖਰੜ ਦੇ ਵਾਸੀਆਂ ਦਾ, ਤੇ ਉਹਨਾਂ ਦੀ ਗਲੀ ਗਲੀ 'ਚ ਜਾਵਾਂਗੇ, ਮਹੱਲੇ ਮਹੱਲੇ 'ਚ ਜਾਵਾਂਗੇ, ਪਿੰਡ ਪਿੰਡ 'ਚ ਜਾਵਾਂਗੇ, ਤੇ ਦਿਨ ਰਾਤ ਇੱਕ ਕਰਕੇ ਹਰ ਸਮੱਸਿਆ ਦਾ ਜਿਹੜਾ ਉਹਨਾਂ ਦੀ ਜਿੰਨੀਆਂ ਵੀ ਸਮੱਸਿਆਵਾਂ ਉਹਨਾਂ ਦਾ ਪਲਾਨ ਰੈਡੀ ਕਰਾਂਗੇ ਜੀ। ਪੰਜ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਨੂੰ ਲੈ ਕੇ ਅਨਮੋਲ ਗਗਨ ਮਾਨ ਲੋਕਾਂ ਦੇ ਵਿੱਚ ਜਾਣਗੇ ਕਿ ਅਸੀਂ ਲੋਕਾਂ ਦੇ ਕੰਮ ਕਰਾਂਗੇ? ਦੇਖੋ, ਖਰੜ ਦੇ ਵਿੱਚ ਖਰੜ ਇੱਕ ਇਹੋ ਜਿਹਾ ਏਰੀਆ ਜਿਹੜਾ ਇੱਕ ਪਾਸੇ ਇਹਨੂੰ ਚੰਡੀਗੜ੍ਹ ਲੱਗਦਾ ਨਵਾਂ ਗਾਉਂ ਨੂੰ, ਇੱਕ ਪਾਸੇ ਨੂੰ ਮੋਹਾਲੀ ਲੱਗਦਾ। ਦੋਨੇ ਹੀ ਪੰਜਾਬ ਦੀ ਇੱਕ ਰਾਜਧਾਨੀ ਹੈ ਤੇ ਇੱਕ ਜ਼ਿਲ੍ਹਾ ਐਸਾ ਹੈ ਕਿ ਜਿਹੜਾ ਮੋਹਾਲੀ ਪੰਜਾਬ ਦੀ ਸ਼ਾਨ ਹੈ, ਜੋ ਵਿਕਸਿਤ ਹੋਇਆ ਇੱਕ ਸ਼ਹਿਰ ਆ। ਤੇ ਇਹ ਇੱਕ ਤਰਾਸਦੀ ਹੈ ਕਿ ਨਾਲ ਖਰੜ ਲੱਗ ਰਿਹਾ ਕਿ ਉਹਦੇ ਨਾਲ ਮਤਰੇਈ ਮਾਂ ਤੋਂ ਵੀ ਭੈੜਾ ਸਲੂਕ ਕੀਤਾ ਗਿਆ। ਨਾ ਇੱਥੇ ਤਰੀਕੇ ਨਾਲ ਕੋਈ ਡਿਵੈਲਪਮੈਂਟ ਹੋਈ ਹੈ, ਪਾਣੀ ਦੇ ਨਿਕਾਸ ਦਾ ਬੁਰਾ ਹਾਲਾਤ ਹੈ, ਬਿਜਲੀ ਦਾ ਤੁਸੀਂ ਦੇਖਿਆ। ਤੇ ਲੋਕ ਇਹਨਾਂ ਗੱਲਾਂ ਤੋਂ ਬਹੁਤ ਪਰੇਸ਼ਾਨ ਨੇ, ਟ੍ਰੈਫਿਕ ਦੇ ਮਸਲੇ ਬਹੁਤ ਜ਼ਿਆਦਾ ਨੇ। ਇਹ ਤਾਂ ਮੁੱਢਲੀਆਂ ਚੀਜ਼ਾਂ ਨੇ, ਪਰ ਇੱਥੇ ਇਹ ਐਸਾ ਸ਼ਾਨਦਾਰ ਇੱਕ ਸ਼ਹਿਰ ਆ। ਅਸੀਂ ਮੇਰੇ ਖਿਆਲ 'ਚ ਮੈਨੂੰ 15 ਸਾਲ ਹੋ ਗਏ ਤਕਰੀਬਨ ਇੱਥੇ ਰਹਿੰਦਿਆਂ ਨੂੰ। ਇੱਥੇ ਪੜ੍ਹੀ ਲਿਖੀ ਹਾਂ ਮੈਂ, ਤੇ ਜ਼ਿਲ੍ਹਾ ਮੋਹਾਲੀ 'ਚ ਹੀ ਇੱਥੇ ਪਰਿਵਾਰ ਰਹਿ ਰਿਹਾ, 2 ਘਰ ਇੱਥੇ ਸਾਡੇ। ਕਈ ਲੋਕ ਇਹ ਵੀ ਕਹਿ ਦਿੰਦੇ ਆ ਕਈ ਵਾਰੀ, ਜਿਵੇਂ ਵੀ ਕਈਆਂ ਨੂੰ ਮੈਂ ਖਰੜ ਵਾਸੀਆਂ ਨੂੰ, ਸਾਡੇ ਪੰਜਾਬ ਦੇ ਵਾਸੀਆਂ ਨੂੰ ਇਹ ਦੱਸਦਾ ਕਿ ਤੁਸੀਂ ਕਦੇ ਨਹੀਂ ਸੋਚਣਾ ਕਿ ਅਨਮੋਲ ਇੱਕ ਸੈਲੀਬ੍ਰਿਟੀ। ਅਨਮੋਲ ਨੇ 1 ਸਾਲ ਪਹਿਲਾਂ ਹੀ ਆਪਣਾ ਜਿਹੜਾ ਕੰਮਕਾਜ ਸੀ ਸਾਰਾ ਛੱਡ ਦਿੱਤਾ ਸੀ, ਤੇ ਪਹਿਲੇ ਦਿਨ ਤੋਂ ਮੈਂ ਅਨਾਉਂਸ ਕਰਤਾ ਸੀ ਕਿ ਅੱਜ ਤੋਂ ਬਾਅਦ ਮੇਰਾ ਕੋਈ ਪ੍ਰੋਗਰਾਮ ਨਹੀਂ ਲੱਗੂਗਾ, ਤੇ ਜੇ ਇੱਕ ਵੀ ਪ੍ਰੋਗਰਾਮ 1 ਸਾਲ ਦੇ ਵਿੱਚ ਲਾਇਆ ਹੋਵੇ, ਨਾ ਹੀ ਜੋ ਵੀ ਨਤੀਜੇ ਹੋਣ, ਨਾ ਹੀ ਮੈਂ ਕੋਈ ਪ੍ਰੋਗਰਾਮ ਅੱਗੇ ਲਾਉਣਾ। ਮੈਂ ਸਿਰਫ ਇਸੇ ਕਿਉਂਕਿ ਦਿਲ ਦੇ ਵਿੱਚ ਸੀਗਾ ਵੀ ਸੇਵਾ ਦੇ ਵਿੱਚ ਉਤਰਾਂ, ਲੋਕਾਂ ਦੀ ਸੇਵਾ ਕਰਨੀ ਹੈ, ਤੇ ਹੁਣ ਲੋਕਾਂ 'ਚ ਹੀ ਰਹਿਣਾ, ਇੱਥੇ ਹੀ ਰਹਿਣਾ, ਹੋਰ ਕਿਤੇ ਉਹ ਕੰਮ ਤੇ ਛੱਡ ਦਿੱਤਾ। ਹੁਣ ਇਹੀ ਕੰਮ ਆ ਤੇ ਇਸੇ ਕੰਮ ਤੇ ਲੱਗਾਂਗੇ, ਲੋਕਾਂ ਦੇ ਵਿੱਚ ਹੀ ਰਹਿਣਾ। ਜ਼ਿੰਦਗੀ ਦੇ ਆਖਰੀ ਸਾਹ ਤੱਕ ਖਰੜ ਦੇ ਲੋਕਾਂ ਦੀ ਸੇਵਾ ਕਰਨੀ ਹੈ। ਸ਼ੋਅ ਲੱਗਦੇ ਸੀ ਕਹਿੰਦੇ ਚੰਗੀ ਕਮਾਈ ਅਨਮੋਲ ਗਗਨ ਮਾਨ ਹੁਣੀ ਕਰਦੇ ਸੀ, ਵਿਦੇਸ਼ਾਂ ਦੇ ਵਿੱਚ ਵੀ ਸ਼ੋਅ ਲੱਗਦੇ ਸੀ। ਉਹ तमाम ਚੀਜ਼ਾਂ ਛੱਡ ਕਿਉਂ ਦਿੱਤੀਆਂ? ਕਿ ਐਮਐਲਏ ਬਣਨ ਦਾ ਸੁਪਨਾ ਸੀਗਾ ਵੀ ਐਮਐਲਏ ਬਣਨਾ ਔਰ ਪੋਲੀਟੀਕਲ ਕੈਰੀਅਰ ਬਣਾਉਣਾ, ਇਸੇ ਕਰਕੇ ਛੱਡ ਦਿੱਤਾ ਸਭ ਕੁਝ? ਮੈਂ ਇਸ ਚੀਜ਼ ਦਾ ਕੋਈ ਪ੍ਰਾਊਡ ਨਹੀਂ ਕਰਦੀ। ਮੈਨੂੰ ਦੁਨੀਆ 'ਚ ਕੋਈ ਐਸਾ ਸੈਲੀਬ੍ਰਿਟੀ ਨਹੀਂ ਦਿਖਦਾ ਕਿ ਜਿਹਨੇ 30 ਸਾਲ ਦੀ ਉਮਰ ਦੇ ਵਿੱਚ ਜਦੋਂ ਉਹਦਾ ਕਰੀਅਰ ਪੀਕ ਉੱਤੇ ਹੋਵੇ,
ਉਹ ਆਪਣਾ ਪੂਰਾ ਕਰੀਅਰ ਛੱਡ ਕੇ ਆ ਜਾਵੇ। ਉਹਦੀ ਛੱਡਿਆ ਜਾ ਸਕਦਾ ਜਦੋਂ ਦਿਲ ਵਿੱਚ ਸਮਾਜ ਪ੍ਰਤੀ ਇੱਕ ਪਿਆਰ ਹੋਵੇ, ਦਰਦ ਹੋਵੇ ਤੇ ਮੌਜੂਦਾ ਜਿਹੜੀ ਸਿਸਟਮ ਆ, ਸਰਕਾਰੀ ਸਿਸਟਮ ਆ, ਉਹਦੇ ਲਈ ਤੁਹਾਨੂੰ ਇੱਕ ਇਹ ਹੋਵੇ ਵੀ ਇਹਨੂੰ ਦੂਰ ਕਰਕੇ ਇੱਕ ਵਧੀਆ ਸਿਸਟਮ ਲੈ ਕੇ ਆਉਣ। ਕਿਉਂ ਨਾ ਆਮ ਘਰਾਂ ਦੇ ਧੀ ਪੁੱਤ ਕਿਉਂ ਵਿਧਾਨ ਸਭਾ ਵਿੱਚ ਨਾ ਜਾਣ? ਕਿਉਂ ਨਹੀਂ ਇਹਨਾਂ ਦੇ ਬੱਚੇ, ਕਦੋਂ ਤੱਕ ਇਹ ਜਿਹੜੇ ਕਰਪਟ ਲੀਡਰ ਇਹਨਾਂ ਦੇ ਬੱਚੇ ਸਿਆਸਤ ਵਿੱਚ ਜਾਂਦੇ ਰਹਿਣਗੇ? ਕਿਉਂਕਿ ਇਹਨਾਂ ਨੇ ਘਰਾਂ ਵਿੱਚ ਘਪਲੇ ਵੇਖੇ, ਅੱਗੇ ਵੀ ਘਪਲੇ ਕਰਨਗੇ। ਇਹਨਾਂ ਨੂੰ ਰੋਕਣ ਲਈ, ਨੱਥ ਪਾਉਣ ਲਈ ਤੇ ਪੰਜਾਬ ਦੇ ਲੋਕਾਂ ਨੂੰ ਇੱਕ ਪੰਜਾਬ ਨੂੰ ਸਹੀ ਰਾਹ ਦੇਣ ਦੇ ਲਈ ਆਮ ਘਰਾਂ ਦੇ ਬੱਚਿਆਂ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਸੀਗਾ। ਇੱਕੋ ਜੇ ਅਸੀਂ ਇਹ ਸੋਚੀ ਜਾਈਏ ਸਾਡੀ ਲਾਈਫ ਲਗਜ਼ਰੀ ਆ, ਮੈਂ ਤੇ ਸੈਲੀਬ੍ਰਿਟੀ ਆ, ਵਧੀਆ ਚੱਲਦਾ, ਫਿਰ ਇਹ ਪੰਜਾਬ ਨਾਲ ਗਦਾਰੀ ਸੀਗੀ। ਤੇ ਹੁਣ ਸਾਡਾ ਪੂਰਾ ਪਲਾਨ ਆ, ਗਲੀ ਗਲੀ ਮੁਹੱਲਾ ਹਰ ਘਰ ਵਿੱਚ ਜਾਊਂਗੀ ਮੈਂ ਤੇ ਲੋਕਾਂ ਨੂੰ ਦੱਸੂਗੀ ਮੇਰਾ ਕੀ ਕਰਾਂਗੇ ਅਸੀਂ, ਉਹਨਾਂ ਦੀਆਂ ਸਮੱਸਿਆਵਾਂ ਸੁਣਾਂਗੇ, ਉਹਨਾਂ ਲਈ ਪਲਾਨ ਰੈਡੀ ਕਰਾਂਗੇ। ਤੇ ਖਰੜ ਇਹੋ ਜਿਹਾ ਜਿਹਨੂੰ ਬਹੁਤ ਵਿਕਾਸ ਕੀਤਾ ਜਾ ਸਕਦਾ। ਖਰੜ ਦੇ ਵਿੱਚ ਜਿਹੜਾ ਨਵਾਂ ਗਾਉਂ ਆ, ਇਹ ਪੰਜਾਬ ਦਾ ਨੰਬਰ 1 ਟੂਰਿਸਟ ਪਲੇਸ ਬਣ ਸਕਦਾ, ਜਿਹਨੂੰ ਸਾਰਾ ਇੰਡੀਆ ਦੇਖਣ ਆਊਗਾ। ਟੂਰਿਸਟ ਪਲੇਸ ਕੈਸਾ, ਜਿੱਥੇ ਅੱਜ ਸਿਰਫ ਸਿਆਸਤਦਾਨਾਂ ਦੇ ਇਕੱਲੇ ਫਾਰਮ ਹਾਊਸ ਨੇ ਤੇ ਬਾਕੀ ਜਨਤਾ ਪਿਸ ਰਹੀ ਹੈ। ਕੱਲ ਮੈਂ ਨਵਾਂ ਗਾਉਂ ਦੇ ਵਿੱਚ ਗਈ, ਉੱਥੇ ਬੈਠੇ ਸੰਗਤ ਜੁੜੀ ਤੇ ਉਹਨਾਂ ਨੇ ਕਿੰਨੇ ਦਰਦ ਨਾਲ ਦੱਸਿਆ ਵੀ ਜਿਹੜੇ ਲੀਡਰ ਨੇ ਇੱਥੇ, ਉਹਨਾਂ ਨੇ ਤਾਂ ਚੰਗੇ ਚੰਗੇ ਫਾਰਮ ਹਾਊਸ ਬਣਾ ਕੇ ਸਾਨੂੰ ਦਬਾਇਆ ਹੋਇਆ। ਤੇ ਉਹੀ ਖਰੜ ਦੇ ਪਿੰਡ ਵਿੱਚ ਕੱਲ ਗਈ ਸੀ ਮੈਂ, ਤੇ ਉੱਥੇ ਇਹ ਪਤਾ ਲੱਗਾ ਕਿ ਪਿੰਡ ਵਿੱਚ ਬੱਸ ਹੀ ਨਹੀਂ ਜਾਂਦੀ। ਇਹੋ ਜਿਹੇ ਹਾਲਾਤ ਨੇ। ਮੋਹਾਲੀ ਦੇ ਨਾਲ, ਚੰਡੀਗੜ੍ਹ ਦੇ ਨਾਲ ਲੱਗਦੇ ਸੂਬੇ ਨਾਲ ਜਿਸ ਤਰੀਕੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ, ਤੇ ਅਸੀਂ ਉਹ ਸਾਰੇ ਹੱਲ ਉਹਨਾਂ ਦੇ ਖਰੜ ਵਾਸੀਆਂ ਦੇ ਕਰਾਉਂਗੇ। ਰਾਜਨੀਤੀ ਹੀ ਇੱਕ ਇਹੋ ਜਿਹਾ ਮਾਧਿਅਮ ਆ ਜਿਹਦੇ ਵਿੱਚ ਆ ਕੇ ਸਭ ਕੁਝ ਚੇਂਜ ਕਰ ਸਕਦੇ ਹੋ ਤੁਸੀਂ, ਜਾਂ ਤੁਹਾਨੂੰ ਲੱਗਿਆ ਵੀ ਰਾਜਨੀਤੀ ਦੇ ਵਿੱਚ ਆ ਕੇ ਸਭ ਕੁਝ ਚੀਜ਼ਾਂ ਬਦਲੀਆਂ ਜਾ ਸਕਦੀਆਂ, ਜਾਂ ਕੋਈ ਹੋਰ ਵੀ ਮਾਧਿਅਮ ਲੱਗਦਾ ਸੀਗਾ? ਕੋਈ ਮਾਧਿਅਮ ਨਹੀਂ ਹੋਰ। ਲੋਕਾਂ, ਇਹ ਉਹ ਚੀਜ਼ ਹੈ ਜਿੱਥੇ ਤੁਸੀਂ ਲੋਕਾਂ ਲਈ ਰੂਲ ਬਣਾ ਸਕਦੇ ਹੋ, ਲੋਕਾਂ ਦਾ ਭਲਾ ਕਰ ਸਕਦੇ ਹੋ। ਲੋਕਾਂ ਦੀ ਤਮਾਮ ਟੈਕਸ ਦਾ ਪੈਸਾ ਇੱਥੇ ਆਉਂਦਾ, ਜਿਹਨੂੰ ਤੁਸੀਂ 10 ਗੁਣਾ ਕਰ ਸਕਦੇ ਹੋ, 5 ਗੁਣਾ ਕਰ ਸਕਦੇ ਹੋ, 2 ਗੁਣਾ ਕਰ ਸਕਦੇ ਹੋ। ਤੇ ਕਿਉਂ ਅਸੀਂ ਲੁਟੇਰਿਆਂ ਦੇ ਹੱਥ 'ਚ ਆਪਣਾ ਪੈਸਾ ਦਈਏ? ਅਸੀਂ ਆਪ ਅੱਗੇ ਲੱਗ ਕੇ ਆਪਣੇ ਪੈਸੇ ਦੀ ਰਖਵਾਲੀ ਕਰਨੀ ਹੈ ਤੇ ਉਹਦਾ ਚੰਗੇ ਤਰੀਕੇ ਨਾਲ ਉਹਨੂੰ ਕਮਾਈ ਕਰਨੀ ਆ। ਕੋਈ ਬਿਜ਼ਨਸ ਪਲਾਨ ਦੇਖਣਾ, ਗਵਰਨਮੈਂਟ ਕਾਰਪੋਰੇਸ਼ਨ ਮਾਡਲ ਲੈ ਕੇ ਆਉਣਾ, ਉਸ ਤਰੀਕੇ ਅਸੀਂ ਵਧੀਆ ਤਰੀਕੇ ਨਾਲ ਜਿਹੜਾ ਸਾਰੀ ਸੇਵਾ ਨਿਭਾਵਾਂਗੇ। ਇਲੈਕਸ਼ਨ ਤੋਂ ਪਹਿਲਾਂ ਗੱਲਾਂ ਸਾਰੇ ਹੀ ਇਹੋ ਜਿਹੀਆਂ ਕਹਿੰਦੇ ਜਿਹੋ ਜਿਹੀਆਂ ਅਨਮੋਲ ਗਗਨ ਮਾਨ ਹੁਣੀ ਕਰ ਰਿਹਾ। ਲੋਕ ਅਨਮੋਲ ਗਗਨ ਮਾਨ ਤੇ ਭਰੋਸਾ ਕਰਕੇ ਵੋਟ ਕਿਉਂ ਪਾਉਣਗੇ? ਇੱਕ ਮੌਕਾ ਆਪ ਨੂੰ ਫੇਰ ਦੇਖੋ ਪੰਜਾਬ ਨੂੰ। 25 ਸਾਲ ਬਾਦਲ, 25 ਸਾਲਾਂ ਵਿੱਚ 15 ਸਾਲ ਬਾਦਲ ਲਗਾਤਾਰ, 10 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਦੀ ਰਹੀ ਕਾਂਗਰਸ ਦੀ। ਇੱਕ ਮੌਕਾ ਆਪ ਨੂੰ ਕਿਉਂ ਨਹੀਂ ਦੇਣਾ ਪਊ? ਵਿਸ਼ਵਾਸ ਤੇ ਦੁਨੀਆ ਟਿੱਕੀ ਹੈ, ਵਿਸ਼ਵਾਸ ਕਰਨਾ ਪੈਂਦਾ। ਤੇ ਸਾਰਾ ਪੰਜਾਬ ਜਾਣਦਾ ਅਨਮੋਲ ਗਗਨ ਮਾਨ ਕਿਹੋ ਜਿਹੀ ਹੈ, ਜਜ਼ਬਾਤੀ ਹੈ। ਕੋਈ ਨਹੀਂ ਆਪਣਾ ਇਸ ਤਰੀਕੇ ਕਰੀਅਰ ਛੱਡਦਾ ਹੁੰਦਾ। ਜਜ਼ਬਾਤੀ ਸੀ, ਪੰਜਾਬ ਲਈ ਦਰਦ ਸੀ, ਤਾਂ ਹੀ ਛੱਡਿਆ। ਤੇ ਹੁਣ ਇਹਨਾਂ ਦੀ ਸੇਵਾ 'ਚ ਹੀ ਮੈਨੂੰ ਕਿਹੜਾ ਹੋਰ ਕੋਈ ਕੰਮ ਹੈ? ਜਦੋਂ ਕਹੀ ਦਿੱਤਾ ਕਰਨਾ ਹੀ ਨਹੀਂ, ਖਾੜਾ 'ਚ ਤੱਕ ਲਾਇਆ ਨਹੀਂ। ਕੋਈ ਪੁਰਾਣੇ ਅੱਧਾ ਗਾਣਾ ਪਿਆਊ ਕੰਪਨੀਆਂ ਕੋਲ ਆ ਗਿਆ, ਅਦਰਵਾਈਜ਼ ਨੋ ਸ਼ੋ ਨੋ ਮੋਰ, ਮੈਨੂੰ ਕੋਈ ਇੰਟਰਸਟ ਨਹੀਂ। ਵੈਸੇ ਵੀ ਮੈਨੂੰ ਉਧਰ ਸਕੂਨ ਇੰਨਾ ਨਹੀਂ ਸੀਗਾ। ਮੈਨੂੰ ਸੀਗਾ ਵੀ ਮੈਨੂੰ ਰੋਜ਼ ਸੀਗਾ ਵੀ ਸਾਡੇ ਲੋਕਾਂ ਦੀ ਜ਼ਿੰਦਗੀ ਇੰਨੀ ਔਖੀ ਕਿਉਂ, ਇਹਨੂੰ ਸੁਧਾਰਿਆ ਕਿਵੇਂ ਜਾ ਸਕਦਾ। ਜੇ ਰਾਜਨੀਤੀ ਪੋਲੀਟੀਸ਼ੀਅਨਾਂ ਨੇ ਅੱਜ ਸਾਨੂੰ ਬਰਬਾਦ ਕੀਤਾ, ਸੁਧਾਰਨਗੇ ਵੀ ਉਹੀ ਜਦੋਂ ਚੰਗੇ ਸਾਡੇ ਆਮ ਘਰਾਂ ਦੇ ਧੀ ਪੁੱਤ ਉਹਨਾਂ 'ਚ ਗਏ ਜੀ। ਪਰ ਕੀ ਇਕੱਲੇ ਬੰਦੇ ਦੇ ਨਾਲ ਚੇਂਜ ਆਊਗਾ ਲੱਗਦਾ ਤੁਹਾਨੂੰ? ਨਹੀਂ, ਇਕੱਲੇ ਕਿਉਂ? ਸਾਡੀ ਪੂਰੀ ਟੀਮ ਐਡੀ ਵੱਡੀ ਪਾਰਟੀ ਹੈ, ਦਿੱਲੀ 'ਚ ਸਰਕਾਰ ਹੈ, ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਜੀ, ਸਾਡੀ ਤਮਾਮ ਲੀਡਰਸ਼ਿਪ, 117 ਕੈਂਡੀਡੇਟ ਉਤਾਰਾਂਗੇ, ਚੰਗੇ ਚੰਗੇ ਲੋਕ ਆ ਰਹੇ ਨੇ, ਪੂਰੀ ਟੀਮ ਆ। ਤੁਹਾਨੂੰ ਲੱਗਦਾ ਪਿਛਲੀ ਵਾਰ ਜਿੱਦਾਂ ਵੇਵ ਬਣੀ ਸੀ ਆਮ ਆਦਮੀ ਪਾਰਟੀ ਦੀ, ਉਸ ਹਿਸਾਬ ਨਾਲ ਇਸ ਵਾਰ ਵੇਵ ਕ੍ਰੀਏਟ ਕਰ ਲਓਗੇ ਤੁਸੀਂ? ਇਹ ਤਾਂ ਤੁਹਾਨੂੰ ਵੀ ਪਤਾ ਵੀ ਵੇਵ ਬਣਨ ਲੱਗ ਗਈ ਹੈ, ਇਹ ਸੱਚ ਹੈ। ਵੇਵ ਬਹੁਤ ਵੱਡੀ ਹੁਣ, ਇਹ ਪਿਛਲੀ ਵਾਰ ਨਾਲੋਂ 100 ਗੁਣਾ ਉੱਪਰ ਵੇਵ ਹੋਣੀ ਇਸ ਵਾਰ। ਤੇ ਪਿਛਲੀ ਵਾਰ ਪਹਿਲੀ ਵਾਰ ਆਏ ਸੀ, ਲੋਕਾਂ ਨੇ ਦੇਖਿਆ, ਫਿਰ ਵੀ ਵਿਰੋਧੀ ਤੇ ਅਕਾਲੀ ਦਲ ਪਿੱਛੇ ਕਰਤਾ ਸਾਡੇ ਤੋਂ। ਤੇ ਇਸ ਵਾਰ ਤੇ ਓਬਵੀਅਸਲੀ ਹੁਣ ਲੋਕਾਂ ਨੂੰ ਇੱਕ ਮੌਕਾ ਆਪ ਨੂੰ ਫੇਰ ਦੇਖੋ ਪੰਜਾਬ ਨੂੰ। ਮੈਂ ਇਹੀ ਕਹਿ ਰਹੀ ਹਾਂ ਵੀ ਇੱਕ ਮੌਕਾ ਦਿਓ, ਵਾਰੀ ਸਭ ਨੂੰ ਦਿੱਤਾ, ਵਾਰੀ ਦੇ ਕੇ ਦੇਖਿਆ, ਦਿਲ ਦਰਿਆ ਪੰਜਾਬ ਦੇ ਲੋਕਾਂ ਦਾ, ਇੱਕ ਤਾਂ ਦੇਣਾ ਬਣਦਾ ਹੀ ਹੈ। ਇਹੀ ਕਹਿੰਦੇ ਆ, ਵਿਸ਼ਵਾਸ ਕਰੋ। ਤੇ ਸਭ ਤੋਂ ਵੱਡੀ ਗੱਲ ਆ ਵੀ ਦਿੱਲੀ ਕਰਪਸ਼ਨ ਫ੍ਰੀ ਸਟੇਟ ਬਣਾਇਆ ਗਿਆ, ਦਿੱਲੀ ਦੇ ਵਿੱਚ ਇੰਨਾ ਕੁਝ ਕੀਤਾ ਗਿਆ। ਉਹੀ ਕਰਪਸ਼ਨ ਫ੍ਰੀ ਜਿਹੜਾ ਮਾਡਲ ਆ ਉਹ ਪੰਜਾਬ 'ਚ ਆਊਗਾ। ਜਦੋਂ ਕਰਪਸ਼ਨ ਖਤਮ ਆ, ਸਭ ਸਿਸਟਮ ਸੈੱਟ ਹੋ ਜਾਣਾ। ਲੋਕ ਇਹ ਵੀ ਸਵਾਲ ਚੁੱਕਣਗੇ ਕਿ ਅਨਮੋਲ ਗਗਨ ਮਾਨ ਹੁਣੀ ਮਾਨਸਾ ਤੋਂ ਤਾਲੁਕ ਰੱਖਦੇ ਨੇ ਔਰ ਪੈਰਾਸ਼ੂਟ ਕੈਂਡੀਡੇਟ ਉਤਾਰ ਦਿੱਤਾ, ਇਸ ਤਰ੍ਹਾਂ ਨਹੀਂ ਕਹਿਣਗੇ ਲੋਕ? ਮੈਨੂੰ ਦੇਖੋ ਜੀ, 15 ਸਾਲ ਹੋ ਗਏ ਆ ਮੈਂ ਮੋਹਾਲੀ 'ਚ ਜ਼ਿਲ੍ਹੇ 'ਚ ਰਹਿ ਰਹੀ ਹਾਂ। ਜਦੋਂ ਅਸੀਂ ਆਏ ਹਾਂ ਖਰੜ ਦੇ ਵਿੱਚ ਰਹੇ ਹਾਂ, ਤੇ ਇੱਥੋਂ ਹੁਣ ਅਸੀਂ ਪ੍ਰੈਸ ਕਾਨਫਰੰਸ ਕਰਨ ਲੱਗੇ ਹਾਂ ਖਰੜ 'ਚ। ਮੇਰਾ ਘਰ ਹੈ, 2 ਘਰ ਨੇ ਸਾਡੇ ਇੱਥੇ, 5 ਮਿੰਟ ਦੀ ਦੂਰੀ ਤੇ ਆ। ਇੱਥੇ ਹੀ ਰਹਿ ਰਹੇ ਹਾਂ, ਇੱਥੇ ਹੀ ਪੜ੍ਹੀ ਲਿਖੀ ਹਾਂ ਮੈਂ, ਇੱਥੋਂ ਦੇ ਲੋਕਾਂ ਨੂੰ ਜਾਣਦੀ ਹਾਂ, ਇੱਥੇ ਹੀ ਮੇਰੇ ਸਹੇਲੀਆਂ ਰਹਿੰਦੀਆਂ ਨੇ, ਇੱਥੇ ਹੀ ਮੇਰੇ ਰਿਸ਼ਤੇਦਾਰ ਰਹਿੰਦੇ ਨੇ ਅੱਜ। ਤੇ ਇੱਥੋਂ ਦੀ ਵਾਸੀ ਹਾਂ ਹੁਣ ਮੈਂ, ਇੱਥੇ ਜਦੋਂ ਮੇਰਾ ਮੋਹ ਇੱਥੇ ਆ, ਇੱਥੋਂ ਦੇ ਆਦੀ ਹੋ ਚੁੱਕੇ ਆ। ਤੇ ਉਹ ਵੀ ਉੱਥੇ ਮੇਰਾ ਜਨਮ ਹੋਇਆ, ਉਹ ਮੇਰਾ ਜੱਦੀ ਪਿੰਡ ਆ। ਤੇ ਇੱਥੇ ਪਰ ਸਾਰੇ ਲੋਕ ਇੱਥੇ ਆ ਕੇ, ਤੁਹਾਨੂੰ ਵੀ ਪਤਾ ਖਰੜ ਮੋਹਾਲੀ ਦੇ ਵਿੱਚ ਸਾਰੇ ਲੋਕ ਬਾਹਰੋਂ ਹੀ ਆ ਕੇ ਬਸੇ ਹੋਏ ਆ। ਉੱਦਾਂ ਹੀ ਅਸੀਂ ਵੀ ਇੱਥੇ ਬਸ ਗਏ ਆ। ਹੁਣ ਇਹੀ ਆਪਦਾ ਸ਼ਹਿਰ ਆ, ਇੱਥੇ ਹੀ ਰਹੀਦਾ।
ਤੇ ਇਹਨਾਂ 'ਚ ਖਰੜ ਦੇ ਲੋਕਾਂ 'ਚ ਆਖਰੀ ਸਾਹ ਤੱਕ ਮੈਂ ਵਿਚਰਨਾ ਤੇ ਇਹਨਾਂ ਦੀ ਸੇਵਾ ਕਰਨੀ ਹੈ। ਜਿਹੜੇ ਹੋਰ ਵੀ ਟਿਕਟ ਦੇ ਦਾਅਵੇਦਾਰ ਹੋਣਗੇ ਜਾਂ ਹਲਕਾ ਇੰਚਾਰਜ ਦੀ ਦੌੜ ਦੇ ਵਿੱਚ ਹੋਣਗੇ, ਉਹ ਲੋਕ ਲੱਗਦਾ ਸਪੋਰਟ ਕਰਨਗੇ ਅਨਮੋਲ ਗਗਨਮਾਨ ਹੋਣਾ ਦੀ? ਨਹੀਂ ਕਰਨਗੇ ਜੀ, ਸਾਰੇ ਸਪੋਰਟ ਕਰਨਗੇ। ਮਾੜੀ ਮੋਟੀ ਨਾਰਾਜ਼ਗੀ ਤਾਂ ਸੁਭਾਵਕ ਆ, ਇੱਕ ਅੰਦਰੂਨੀ ਮਾਮਲਾ ਤੇ ਇੰਨਾ ਕੁ ਹੋ ਜਾਂਦਾ। ਤੁਹਾਨੂੰ ਪਤਾ ਜਿੱਥੇ ਵੀ ਕੋਈ ਵੀ ਪਾਰਟੀ ਦੀ ਕਿਤੇ ਵੀ ਸੀਟ ਅਨਾਉਂਸ ਹੁੰਦੀ ਆ, ਕਈ ਜਣੇ ਹੁੰਦੇ ਆ ਤੇ ਸਾਰੇ ਆਪਣੇ ਭੈਣ ਭਰਾ ਨੇ, ਚਾਹੇ ਸ਼ੇਰਗਿੱਲ ਭਾਜੀ ਨੇ, ਉਹਨਾਂ ਨਾਲ ਬਹੁਤ ਆਪਣਾ ਤੇ ਹੈਗਾ ਤੇ ਬੜੀ ਰਿਸਪੈਕਟ ਕਰਦੇ ਨੇ ਉਹ ਵੀ ਤੇ ਅਸੀਂ ਵੀ ਕਰਦੇ ਉਹਨਾਂ ਦੀ। ਤੇ ਕੋਈ ਗੱਲ ਨਹੀਂ, ਤੁਸੀਂ ਦੇਖੋਗੇ ਬਹੁਤ ਜਲਦੀ ਸਾਰੇ ਸਾਡੇ ਨਾਲ ਹੋਣਗੇ। ਅਰਵਿੰਦ ਕੇਜਰੀਵਾਲ ਹੋਣਾ ਦੇ ਨਾਲ ਮਾਡਲ ਦੇ ਉੱਪਰ ਚਰਚਾ ਹੋਈ ਹੈ, ਜਿੱਦਾਂ ਕਿ ਪਿਛਲੇ ਦਿਨੀ ਕਹਿ ਰਹੇ ਸੀ ਕਿ ਦਿੱਲੀ ਮਾਡਲ ਲਾਗੂ ਹੋਣਾ ਚਾਹੀਦਾ, ਪਰ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਲੀਡਰਾਂ ਨੇ ਇਹ ਗੱਲ ਕਹੀ ਕਿ ਦਿੱਲੀ ਨਹੀਂ, ਪੰਜਾਬ ਨੂੰ ਪੰਜਾਬ ਮਾਡਲ ਦੀ ਜ਼ਰੂਰਤ ਹੈ। ਕੀ ਮਾਡਲ ਹੋਊਗਾ ਪੰਜਾਬ ਦਾ? ਅਨਮੋਲ ਗਗਨਮਾਨ ਹੁਣ ਕੀ ਸੋਚਦੇ ਨੇ? ਪਹਿਲੀ ਗੱਲ ਤਾਂ ਅਸੀਂ ਕਦੇ ਵੀ ਨਹੀਂ ਕਹਿੰਦੇ ਕਿ ਦਿੱਲੀ ਮਾਡਲ ਲਾਗੂ ਹੋਣਾ ਚਾਹੀਦਾ। ਜੇ ਦਿੱਲੀ ਮਾਡਲ ਲਾਗੂ ਹੁੰਦਾ ਬੁਰਾਈ ਕੀ ਹੈ? ਕੀ ਕਰਪਸ਼ਨ ਫ੍ਰੀ ਮਾਡਲ ਇੱਥੇ ਨਹੀਂ ਚਾਹੀਦਾ? ਕੀ ਚੰਗੇ ਸਕੂਲ ਇੱਥੇ ਨਹੀਂ ਚਾਹੀਦੇ? ਕੀ ਫ੍ਰੀ ਜਿਹੜਾ ਆਪਣਾ ਚੰਗੀ ਸਿਹਤ ਸਹੂਲਤਾਂ ਵਾ ਇੱਥੇ ਨਹੀਂ ਚਾਹੀਦੀਆਂ? ਸਾਰਾ ਸਿਸਟਮ ਜਿਵੇਂ ਉੱਥੇ ਹੋਇਆ, ਲੋਕ ਖੁਸ਼ ਨੇ ਉੱਥੇ, ਇੱਥੇ ਖੁਸ਼ ਨਹੀਂ ਚਾਹੀਦੇ। ਪ੍ਰੋਬਲਮ ਕੀ ਹੈ? ਜੇ ਉੱਥੇ ਇੱਕ ਸਕਸੈਸਫੁਲ ਚੀਜ਼ ਲੱਗੀ ਆ, ਹੋਰ ਕਿੱਥੋਂ ਵਾਲਾ ਲਈਏ? ਮੋਦੀ ਵਾਲਾ ਮਾਡਲ ਚੱਕ ਕੇ ਲਈਏ? ਕਿਹਦੇ ਵਾਲਾ ਲਈਏ? ਜੇ ਕਿਸੇ ਬੰਦੇ ਨੇ ਇਮਾਨਦਾਰੀ ਨਾਲ ਕੰਮ ਕੀਤਾ ਲਾਵਾਂਗੇ ਹੀ ਨਾ। ਤੇ ਇੱਥੋਂ ਜਿਹੇ ਜੇ ਇੱਥੇ ਲੋਕਾਂ ਦੀਆਂ ਜ਼ਰੂਰਤਾਂ, ਉਸ ਹਿਸਾਬ ਨਾਲ ਇੱਥੇ ਸਭ ਕੁਝ ਹੋ। ਜਿੱਦਾਂ ਹੁਣ ਇਹ ਕਹਿ ਦਿੰਦੇ ਆ ਜੀ ਦਿੱਲੀ 'ਚ ਸਕੂਲ ਘੱਟ ਆ, ਦਿੱਲੀ 'ਚ ਤਾਂ 1100 ਸਕੂਲ ਨੇ, ਇੰਨੇ ਨੇ। ਤੁਸੀਂ 1100 ਸਕੂਲ ਹੀ ਦਿਖਾ ਦਿਓ ਇੱਥੇ ਜਿਹੜੇ ਤੁਸੀਂ ਸਮਾਰਟ ਬਣਾਏ, 11 ਦਿਖਾ ਦਿਓ। ਮੈਂ ਦਾਵਾ ਮੈਂ ਇਹਨਾਂ ਨੂੰ ਚੈਲੰਜ ਕਰਦੀ ਹਾਂ ਸਾਰਿਆਂ ਨੂੰ ਕਿ 11 ਸਕੂਲ ਦਿਖਾਓ ਦਿੱਲੀ ਵਰਗੇ ਸਕੂਲਾਂ ਨਾਲ ਦੇ। ਉੱਥੇ ਘੱਟ ਸਕੂਲ ਨੇ, ਉੱਥੇ ਬਜਟ ਵੀ ਤੇ 30,000 ਕਰੋੜ ਸੀ, ਉਹਨਾਂ ਨੇ 5 ਸਾਲਾਂ 'ਚ 60,000 ਕਰੋੜ ਲੈ ਕੇ ਗਏ ਤੇ ਹਾਲਾਤ ਸਾਰੇ ਸੁਧਾਰੇ। ਜੇ ਕਈ ਕੁਝ ਕਹਿੰਦੇ ਨੇ ਜੀ ਬਿਜਲੀ ਫ੍ਰੀ ਕੁਝ ਨਹੀਂ ਹੁੰਦਾ, ਲੋਕਾਂ ਦਾ ਹੀ ਪੈਸਾ। ਜੇ ਉੱਥੇ ਵੀ ਬਿਜਲੀ ਫ੍ਰੀ ਆ ਤੇ ਨਾਲ ਸਾਰਾ ਡਿਵੈਲਪਮੈਂਟ ਵੀ ਹੁੰਦੀ ਪਈ ਆ। ਸਕੂਲਾਂ ਦੇ ਹਾਲਾਤ ਦੇਖੋ ਕਿੱਥੇ ਨੇ, ਤੁਸੀਂ ਐਜੂਕੇਸ਼ਨ ਦੇਖੋ ਕਿੱਥੇ ਗਈ ਆ। ਤੇ 600 ਯੂਨਿਟ ਮਹੀਨੇ ਹਰ ਬਿੱਲ ਉੱਤੇ 2 ਮਹੀਨਿਆਂ ਬਾਅਦ ਸਾਡੇ ਬਿੱਲ ਆਉਂਦਾ, 600 ਯੂਨਿਟ ਮਾਫ ਹੋ ਰਿਹਾ। ਜਿਨ੍ਹਾਂ ਦਾ ਪਹਿਲਾਂ 200 ਯੂਨਿਟ ਹੁੰਦਾ ਸੀ, ਹੁਣ ਉਹਨਾਂ ਨੂੰ ਐਕਸਟਰਾ 200 ਯੂਨਿਟ ਮਿਲਦਾ ਪਿਆ। ਜਿੰਨੀਆਂ ਵੀ ਸਕੀਮਾਂ ਪਹਿਲਾਂ ਚੱਲ ਰਹੀਆਂ ਸੀ, ਜੇ 600 ਯੂਨਿਟ ਤੋਂ ਬਾਅਦ 1 ਯੂਨਿਟ ਬਿਜਲੀ ਦਾ ਬਿੱਲ ਆਉਂਦਾ ਤਾਂ ਸਿਰਫ 1 ਯੂਨਿਟ ਦਾ ਬਿੱਲ ਆਉਣਾ, ਜੋ ਪਹਿਲਾਂ ਸਕੀਮਾਂ ਲਾਗੂ ਸੀ। ਅਦਰਵਾਈਜ਼ ਪਹਿਲਾਂ ਜਰਨਲ ਲਈ ਕੋਈ ਸਹੂਲਤ ਨਹੀਂ ਸੀ। 600 ਯੂਨਿਟ ਉਹਨਾਂ ਦੇ ਵੀ ਮਾਫ ਆ। ਜੇ ਨਾਲੇ 600 ਯੂਨਿਟ ਤੁਹਾਨੂੰ ਵੀ ਪਤਾ ਵੀ ਆਮ ਬੰਦਾ ਯੂਜ਼ ਕਰਦਾ, 600 ਤੱਕ ਹੀ ਬਿੱਲ ਆਉਂਦਾ। 600 ਯੂਨਿਟ ਬੰਦਾ ਫੂਕਦਾ ਤੇ 600 ਯੂਨਿਟ ਉਹਨਾਂ ਦੇ ਵੀ ਮਾਫ ਆ ਜੇ 600 ਤੱਕ ਬਿੱਲ ਆਉਂਦਾ। ਸਵਾਲ ਉੱਥੇ ਇਹ ਪੁੱਛਿਆ ਗਿਆ, ਬਾਅਦ ਵਿੱਚ ਟ੍ਰੋਲਿੰਗ ਬਹੁਤ ਕੀਤੀ ਲੋਕਾਂ ਨੇ, ਕਹਿੰਦੇ ਕਿ 300 ਯੂਨਿਟ ਤੱਕ ਕੇਜਰੀਵਾਲ ਸਾਹਿਬ ਕਹਿ ਗਏ, 301 ਯੂਨਿਟ ਜਦੋਂ ਹੋਗੀ ਤਾਂ ਪੂਰੇ 301 ਯੂਨਿਟ ਦਾ ਪੈਸਾ ਲੱਗਣਾ। ਉਹਦੇ ਤੇ ਕੀ ਕਹੋਗੇ? ਬਹੁਤ ਸਾਰੀ ਚਰਚਾ ਹੋਈ ਸੀ ਉਸ ਚੀਜ਼ ਨੂੰ ਲੈ ਕੇ। ਨਹੀਂ ਇਹ ਗੱਲ ਇਦਾਂ ਨਹੀਂ ਸੀ। ਉਹਨਾਂ ਨੇ ਕਿਹਾ ਸੀ ਵੀ ਜਿਨ੍ਹਾਂ ਦੀਆਂ ਤਾਂ ਪਹਿਲਾਂ 200 ਯੂਨਿਟ ਮਾਫ ਆ, ਹੁਣ ਉਹਨਾਂ ਦੀਆਂ 300 ਮਾਫ ਹੋਣਗੀਆਂ ਮਹੀਨੇ ਦੀਆਂ। ਇੱਕ ਬਿੱਲ ਮੰਗਰ 600 ਯੂਨਿਟ, 601 ਆ ਗਿਆ ਤਾਂ 1 ਯੂਨਿਟ ਦਾ ਹੀ ਉਹਨਾਂ ਦਾ ਆਊਗਾ। 1 ਯੂਨਿਟ ਦਾ ਪਹਿਲਾਂ ਜਰਨਲ ਲਈ ਕੀ ਸੀ? ਉਹ ਤਾਂ ਕਿਸੇ ਨੇ ਕੁਝ ਨਹੀਂ ਦਿੱਤਾ। ਹੁਣ ਉਹਨਾਂ ਦੇ ਵੀ 600 ਯੂਨਿਟ ਮਾਫ ਨੇ, ਉਹਨਾਂ ਲਈ 600। ਉਹ ਗੱਲ ਉਹਨਾਂ ਲਈ ਕੀਤੀ ਗਈ ਸੀ ਕਿ ਜੇ 600 ਦਾ ਬਿੱਲ ਉਹਨਾਂ ਦਾ ਆਉਂਦਾ ਤਾਂ ਉਹਨਾਂ ਦਾ 600 ਯੂਨਿਟ ਮਾਫ ਹੋ ਜਾਣਾ। ਬਾਕੀ ਜੋ ਪਹਿਲਾਂ ਸਕੀਮਾਂ ਚੱਲਦੀਆਂ ਪਈਆਂ ਉਸੇ ਤਰੀਕੇ ਚੱਲਣਗੀਆਂ। ਉਹਨਾਂ ਨੂੰ 200 ਯੂਨਿਟ ਐਕਸਟਰਾ ਮਿਲਦੇ ਪਏ ਆ। ਸਾਰਿਆਂ ਦੇ ਪੁਰਾਣੇ ਬਿੱਲ ਕੋਈ ਵੀ ਹੈ, ਚਾਹੇ ਸਾਰਿਆਂ ਦੇ ਪੁਰਾਣੇ ਬਿੱਲ ਮਾਫ ਕੀਤੇ ਜਾਣਗੇ ਤੇ 24 ਘੰਟੇ ਬਿਜਲੀ ਰਹੂਗੀ। ਤੇ ਅਰਵਿੰਦ ਕੇਜਰੀਵਾਲ ਇੱਕੋ ਗੱਲ ਲਈ ਮਸ਼ਹੂਰ ਨੇ, ਜੋ ਕਹਿੰਦੇ ਨੇ ਉਹ ਕਰਦੇ ਨੇ, ਜੋ ਨਹੀਂ ਕਰਨਾ ਉਹ ਕਹਿੰਦੇ ਨਹੀਂ। ਅਨਮੋਲ ਕੇਜਰੀਵਾਲ ਸਾਹਿਬ ਹੁਣਾਂ ਨਾਲ ਗੱਲ ਹੋਈ ਤੁਹਾਡੀ? ਫਿਰ ਕੱਲ ਜਦੋਂ ਅਨਾਉਂਸ ਕੀਤਾ ਗਿਆ ਤੁਹਾਨੂੰ ਹੋਈ ਗੱਲ? ਉਹਨਾਂ ਨੂੰ ਮਿਲ ਕੇ ਆਈ ਹਾਂ। ਹਾਂਜੀ, ਮੈਂ ਜਾਂਦੀ ਰਹਿੰਦੀ ਹਾਂ ਜੀ, ਮੇਰੇ ਗੇੜੇ ਲੱਗਦੇ ਰਹਿੰਦੇ। ਹਾਂਜੀ, ਪਰਸੋਂ ਮਿਲ ਕੇ ਆਏ ਸੀਗੇ ਜੀ ਡਿਸਕਸ ਕਰ ਰਹੇ ਸੀਗੇ ਸਾਰੀਆਂ ਚੀਜ਼ਾਂ ਉਹਨਾਂ ਨੂੰ। ਤੁਹਾਨੂੰ ਫਿਰ ਪਰਸੋਂ ਹੀ ਪਤਾ ਲੱਗ ਗਿਆ ਹੋਣਾ ਕਿ ਹਲਚਾ ਇੰਚਾਰਜ ਲਾਇਆ ਜਾ ਰਿਹਾ ਤੁਹਾਨੂੰ? ਨਹੀਂ, ਮੈਨੂੰ ਤੇ ਜੀ ਬਹੁਤ ਦੇਰ ਦਾ ਪਹਿਲਾਂ ਪਤਾ। ਮੈਨੂੰ ਤੇ ਸ਼ੁਰੂ 'ਚ ਹੀ ਉਹਨਾਂ ਨੇ ਇਸ ਗੱਲ ਕੀਤੀ ਸੀ। ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿ ਜਿੱਥੇ ਵੀ ਤੁਸੀਂ ਹੁਕਮ ਕਰੋਗੇ, ਜਿੱਥੇ ਵੀ ਕਹਿ ਦੋਗੇ, ਕਿਉਂਕਿ ਮੈਂ ਤੇ ਸਾਰੇ ਪੰਜਾਬ 'ਚ ਘੁੰਮਦੀ ਆ ਤੇ ਮੈਨੂੰ ਕਿਸੇ ਇੱਕ ਹਲਕੇ ਦਾ ਕਦੀ ਲਾਲਚ ਨਹੀਂ ਪਿਆ। ਨਾ ਮੈਂ ਉਹਨਾਂ ਨੂੰ ਪੁੱਛਿਆ ਸੀ। ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਜਿਸ ਵੀ ਹਲਕੇ ਤੇ ਹੱਥ ਰੱਖ ਦੋਗੇ, ਹਾਂ ਇਹ ਮੇਰਾ ਆਪਣਾ ਹਲਕਾ, ਮੇਰਾ ਪ੍ਰੇਮ ਹੈ, ਇੱਥੇ ਰਹੀ ਹਾਂ ਮੈਂ, ਮੇਰੇ ਆਪਣੇ ਲੋਕ ਨੇ ਇੱਥੇ, ਮੈਨੂੰ ਜ਼ਿਆਦਾ ਮੇਰਾ ਘਰ ਹੈ ਇੱਥੇ। ਬੰਦਾ ਆਪਣਾ ਜਿੱਥੇ ਘਰ ਹੁੰਦਾ ਉੱਥੇ ਈਜ਼ੀ ਫੀਲ ਕਰਦਾ ਤੇ ਉੱਥੇ ਰਹਿਣਾ ਤੁਹਾਨੂੰ ਸੌਖਾ ਹੁੰਦਾ। ਦੂਜੀ ਥਾਂ ਤੁਹਾਨੂੰ ਪੂਰਾ ਬਸੇਰਾ ਲਾਉਣਾ ਪੈਂਦਾ ਜਾ ਕੇ। ਤੁਹਾਡੇ ਸਾਹਮਣੇ ਇੱਕ ਵੱਡਾ ਚੈਲੰਜ ਇਹ ਵੀ ਹੋਊਗਾ, ਕਿਉਂਕਿ ਪਿਛਲੀ ਵਾਰ ਜਦੋਂ ਕੰਵਰ ਸੰਧੂ ਹੁਣਾਂ ਨੂੰ ਟਿਕਟ ਦਿੱਤੀ ਗਈ ਸੀਗੀ ਔਰ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ, ਲੋਕ ਕਿਸ ਤਰ੍ਹਾਂ ਦੇਖਣਗੇ ਉਸ ਚੀਜ਼ ਨੂੰ? ਕਿ ਉਹ ਵਿਚਰਦੇ ਰਹੇ ਨੇ ਲੋਕਾਂ ਦੇ ਵਿੱਚ ਜਾ ਕੇ? ਵੀ ਇੱਕ ਚੈਲੰਜ ਹੋਊਗਾ ਤੁਹਾਡੇ ਸਾਹਮਣੇ, ਕਿਉਂਕਿ ਇਸ ਵਾਰ ਟਿਕਟ ਨਹੀਂ ਉਹਨਾਂ ਨੂੰ ਦਿੱਤੀ ਪਾਰਟੀ ਨੇ। ਉਹ ਪਾਰਟੀ ਤੋਂ ਬਾਹਰ ਨੇ ਨਾ, ਉਹ ਤਾਂ ਉਦੋਂ ਹੀ ਪਾਰਟੀ ਨੇ ਉਹਨਾਂ ਨੂੰ ਨੋਟਿਸ ਭੇਜਤਾ ਸੀ ਜਦੋਂ ਸ਼ੁਰੂ 'ਚ ਹੀ ਉਹਨਾਂ ਨੇ ਗੜਬੜ ਕੀਤੀ ਸੀ। ਪਤਾ ਨਹੀਂ ਉਹਨਾਂ ਦੇ ਦਿਲ 'ਚ ਕੀ ਸੀਗਾ, ਮੈਨੂੰ ਤੇ ਸਮਝ ਨਹੀਂ ਆਉਂਦੀ ਵੀ
ਦੇਖੋ ਐਡੀ ਵੱਡੀ ਜ਼ਿੰਮੇਵਾਰੀ ਮਿਲੀ ਆ, ਜੇ ਇੱਕ ਪੁਲਿਸਮੈਨ ਆ ਜਾਂ ਕੋਈ ਵੀ ਸਰਕਾਰੀ ਨੌਕਰੀ ਵਾਲਾ ਬੰਦਾ ਇੱਕ ਦਿਨ ਵੀ ਜੌਬ ਤੇ ਨਹੀਂ ਜਾਂਦਾ ਤਾਂ ਉਹਨੂੰ ਬਰਖਾਸਤ ਕਰ ਦਿੱਤਾ ਜਾਂਦਾ ਜਾਂ ਨੋਟਿਸ ਭੇਜਿਆ। ਪਤਾ ਨਹੀਂ ਇਹ ਐਮਐਲਏ ਮੰਤਰੀਆਂ ਦੀਆਂ ਜੌਬਸ ਕਿੱਦਾਂ ਦੀਆਂ ਵੀ ਇਹ ਸਾਰਾ ਸਾਲ ਏਰੀਏ 'ਚ ਨਹੀਂ ਵੜਦੇ ਤੇ ਮੁੜ ਕੇ ਕੋਈ ਪੁੱਛਦਾ ਨਹੀਂ। ਇਹ ਸਮਝ ਨਹੀਂ ਆਉਂਦਾ, ਸੰਵਿਧਾਨ ਗਲਤ ਬਹੁਤ ਬਣਾਇਆ ਗਿਆ ਕਿਉਂਕਿ ਇਹਨਾਂ ਨੂੰ ਜਵਾਬਦੇਹੀ ਡੇਲੀ ਇਹਨਾਂ ਨੇ ਆਉਣਾ, ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ, ਸੋਲਵ ਕਰਨਾ, ਹਰ ਹਿਸਾਬ ਕਿਤਾਬ ਇਹਨਾਂ ਤੋਂ ਪੁੱਛਣ ਵਾਲਾ ਕੋਈ ਨਹੀਂ। ਇਹ ਕਿਸ ਤਰ੍ਹਾਂ ਦੀ ਜੌਬ ਆ? ਇਹ ਬਹੁਤ ਗਲਤ, ਜੋ ਸੰਵਿਧਾਨ ਦਾ ਸਭ ਤੋਂ ਗੰਦਾ ਡਿਸੀਜਨ ਇਹ ਸੀਗਾ। ਇੱਕ ਤਾਂ ਬਿਨਾਂ ਕਿਸੇ ਵੀ ਕੈਂਡੀਡੇਟ ਨੂੰ ਸਿੰਪਲੀ ਟਿਕਟ ਦੇ ਦੇਣੀ, ਬਿਨਾਂ ਉਹਦੀ ਐਜੂਕੇਸ਼ਨ ਤੋਂ, ਬਿਨਾਂ ਕਿਸੇ ਚੀਜ਼ ਤੋਂ। ਤੇ ਇੱਕ ਜਦੋਂ ਬਣ ਜਾਂਦੇ ਨੇ, ਜਿਹੜੇ ਕੰਮ ਨਹੀਂ ਕਰਦੇ, ਵਾਅਦੇ ਕਰਕੇ ਮੁੱਕਰਦੇ ਆ, ਉਹਨਾਂ ਲਈ ਕੋਈ ਲੀਗਲ ਡਾਕੂਮੈਂਟਸ ਨਹੀਂ ਰੈਡੀ ਕੀਤੇ ਜਾਂਦੇ ਜਾਂ ਉਹਨਾਂ ਨੂੰ ਜਵਾਬਦੇਹੀ, ਇਹ ਗਲਤ ਆ। ਨਹੀਂ, ਕਿਸ ਤਰ੍ਹਾਂ ਲੋਕ ਉਹਨਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਨੇ? ਤੁਸੀਂ ਤਾਂ ਲੋਕਾਂ ਦੇ ਵਿੱਚ ਵਿਚਰਦੇ ਹੋ, ਠੀਕ ਹੈ, ਲੋਕ ਖੁਸ਼ ਨੇ? ਨਹੀਂ, ਉਹ ਆਏ ਨਹੀਂ ਨਾ ਹਲਕੇ ਦੇ ਵਿੱਚ, ਬਿਲਕੁਲ ਸਾਡੀ ਪਾਰਟੀ 'ਚ ਸ਼ੁਰੂ 'ਚ ਹੀ ਬਾਹਰ ਨੇ। ਸਾਡੀ ਪਾਰਟੀ ਨੂੰ ਉਹਨਾਂ ਤੋਂ ਕੋਈ ਲੈਣਾ ਦੇਣਾ। ਉਹਨਾਂ ਦੀ ਪਾਰਟੀ ਦੇ ਪ੍ਰਤੀ ਵੀ ਨਾਰਾਜ਼ਗੀ ਹੋਊਗੀ ਕਿ ਅਸੀਂ ਤਾਂ ਆਪ ਤੇ ਭਰੋਸਾ ਕਰਕੇ ਉਹਨਾਂ ਨੂੰ ਜਿਤਾਇਆ ਸੀਗਾ, ਉਹਨਾਂ ਨੇ ਕੰਮ ਨਹੀਂ ਕੀਤਾ, ਫਿਰ ਲੋਕ ਇਹ ਵੀ ਕਹਿੰਦੇ ਹੋਣਗੇ। ਜਿੰਨਾ ਕਿ ਮੈਂ ਲੋਕਾਂ 'ਚ ਵਿਚਰੀ ਆ, ਉਹਨਾਂ ਦਾ ਇਹ ਕਹਿਣਾ ਵੀ ਸਾਡੀ ਪਾਰਟੀ ਨਾਲ ਅੱਜ ਵੀ ਲੋਕ ਸਾਰੇ ਜੁੜੇ ਹੋਏ ਨੇ। ਉਹਨਾਂ ਨੂੰ ਪਤਾ ਵੀ ਕਈ ਵਾਰੀ ਬੰਦਾ ਗਲਤ ਨਿਕਲ ਜਾਂਦਾ ਕਿਉਂਕਿ ਪਾਰਟੀ ਹਰ ਇੱਕ ਤੇ ਵਿਸ਼ਵਾਸ ਕਰਦੀ ਹੈ। ਜੇ ਬੰਦਾ ਧੋਖੇਬਾਜ਼ ਨਿਕਲੇ ਜਾਂ ਧੋਖਾ ਦੇ ਦੇਵੇ ਜਾਂ ਮੈਨੂੰ ਨਹੀਂ ਪਤਾ ਉਹਨਾਂ ਦੇ ਦਿਲ 'ਚ ਕੀ ਸੀ, ਕਿਵੇਂ ਨਹੀਂ ਸੀਗਾ, ਤੇ ਇਹ ਗਲਤ ਆ। ਮੈਂ ਉਹਨਾਂ ਨੂੰ ਵੀ ਕਹਿੰਦੀ ਆ ਵੀ ਗਲਤ ਆ, ਇਹ ਇਦਾਂ ਨਹੀਂ ਕਰਨਾ ਚਾਹੀਦਾ। ਤੁਹਾਡੀਆਂ ਚੰਗੀਆਂ ਤਨਖਾਹਾਂ ਨੇ, ਇੰਨੇ ਤੁਹਾਨੂੰ ਹਜ਼ਾਰਾਂ ਲੋਕਾਂ ਦੀਆਂ ਵੋਟਾਂ, 60 ਹਜ਼ਾਰ ਲੋਕਾਂ ਦੀ ਵੋਟ ਪਈ ਆ, ਤੇ ਇਦਾਂ ਨਹੀਂ ਸਹੀ ਲੱਗਦਾ। ਲੋਕ ਵੀ ਡਿਸਅਪਾਇੰਟ ਹੁੰਦੇ ਆ, ਲੋਕਾਂ ਦੇ ਟੈਕਸ ਦਾ ਪੈਸਾ ਵੀ ਜਾਂਦਾ। ਤੇ ਬੇਸ਼ੱਕ ਤੁਸੀਂ ਅੱਜ ਕਹਿੰਦੇ ਹੋ ਵੀ ਵਿਰੋਧੀ ਧਿਰ 'ਚ ਬਹਿ ਕੇ ਗਰੰਟਾਂ ਨਹੀਂ ਆਉਂਦੀਆਂ, ਘੱਟੋ ਘੱਟ ਤੁਸੀਂ ਮਸਲੇ ਮੁੱਦੇ ਤਾਂ ਆਵਾਜ਼, ਦਮਦਾਰ ਆਵਾਜ਼ ਨਾਲ ਉਠਾ ਸਕਦੇ ਹੋ। ਐਂਡ ਜਿਹਨੇ ਕੋਈ ਕੰਮ ਕਰਨਾ ਹੋਵੇ ਵਿਰੋਧੀ ਧਿਰ 'ਚ ਰਹਿ ਕੇ ਵੀ ਕਰ ਸਕਦਾ, ਜਦੋਂ ਕਰਨ ਤੇ ਆ ਜਾਵੇ, ਜਿਹਦੇ ਇਰਾਦੇ ਹੋਣ ਤੇ ਜਿਹਦੇ ਦਿਲ 'ਚ ਤਾਂਘ ਹੋਵੇ, ਤੇ ਸਭ ਹੀਲੇ ਵਸੀਲੇ ਹੋ ਜਾਂਦੇ ਆ। ਕਿਹਾ ਜਾਂਦਾ ਕਿ ਨਵੇਂ ਕੈਂਡੀਡੇਟ ਦੇ ਪੈਰ ਲੱਗਣੇ ਬਹੁਤ ਔਖੇ ਕਰ ਦਿੰਦੇ ਲੋਕ, ਕਿਉਂਕਿ ਅਕਾਲੀ ਦਲ ਵੱਲੋਂ ਵੀ ਬਹੁਤ ਸਟਰੋਂਗ ਕੈਂਡੀਡੇਟ ਸੀ ਪਿਛਲੀ ਵਾਰ ਵੀ, ਕਾਂਗਰਸ ਵੱਲੋਂ ਵੀ, ਔਰ ਇਸ ਵਾਰ ਵੀ ਸਟਰੋਂਗ ਕੈਂਡੀਡੇਟ। ਅਗਰ ਅਕਾਲੀ ਦਲ ਔਰ ਕਾਂਗਰਸ ਉਤਾਰਦੀ ਹੈ, ਅਨਮੋਲ ਗਗਨ ਮਾਨ ਇਸ ਫੀਲਡ ਦੇ ਵਿੱਚ ਨਵੇਂ ਨੇ, ਅਨਮੋਲ ਕਿਵੇਂ ਕਰਨਗੇ ਕੰਮ? ਦੇਖੋ, ਮੈਨੂੰ 1 ਸਾਲ ਹੋ ਗਿਆ, ਮੈਂ ਸਾਰਾ ਕੰਮਕਾਜ ਛੱਡ ਕੇ ਸਾਰੇ ਪੰਜਾਬ 'ਚ, ਕਦੇ ਕਿਸੇ ਜ਼ਿਲ੍ਹੇ 'ਚ, ਕਦੇ ਸਾਰੇ, ਇਹ ਮੀਡੀਆ ਮੇਰੇ ਤੋਂ ਜ਼ਿਆਦਾ ਜਾਣਦਾ ਇਸ ਚੀਜ਼ ਬਾਰੇ। ਮੈਂ ਬਹੁਤ ਵਿਚਰੀ ਆ ਤੇ ਬਾਕੀ ਮੈਨੂੰ ਸਿਆਸੀ ਦਾਅ ਪੇਚ ਨਾ ਤਾਂ ਮੈਂ ਸਿੱਖਣੇ ਆ, ਨਾ ਹੀ ਮੈਂ ਕਦੇ ਸਿੱਖਾਂ। ਮੈਨੂੰ ਸਿਰਫ ਇੱਕ ਗੱਲ ਪਤਾ ਵੀ ਤੁਹਾਡੇ ਲਈ ਲੋਕਾਂ ਦੀਆਂ ਅੱਖਾਂ 'ਚ ਮੁਹੱਬਤ ਹੋਣੀ ਚਾਹੀਦੀ ਹੈ, ਪਿਆਰ ਹੋਣਾ ਚਾਹੀਦਾ, ਸਤਿਕਾਰ ਹੋਣਾ ਚਾਹੀਦਾ। ਦੇਖੋ, ਇੰਨਾ ਲੀਡਰ ਪੈਸਾ ਕਮਾ ਕੇ ਬੈਠੇ ਨੇ, ਜਦੋਂ ਬਾਹਰ ਲੋਕਾਂ ਦੀ ਨਫ਼ਰਤ ਦਾ ਪਾਤਰ ਬਣਦੇ ਨੇ। ਪੈਸੇ ਨਾਲ ਅਸੀਂ ਕੀ ਕਰਨਾ? ਅਸੀਂ ਪੈਸਾ, ਤੁਸੀਂ ਇਹਦੇ ਨਾਲ ਲੋਕਾਂ ਨੂੰ ਦਿਖਾਉਣਾ ਹੁੰਦਾ ਸਾਡੇ ਕੋਲ, ਉਹ ਲੋਕ ਤੇ ਤੁਹਾਨੂੰ ਪਸੰਦ ਨਹੀਂ ਕਰਦੇ। ਉਹ ਐਸੇ ਪੈਸੇ ਦਾ ਕੀ ਫਾਇਦਾ ਹੈ? ਤੇ ਜਿਹਦੇ ਨਾਲ ਤੁਹਾਡੀ ਆਲੋਚਨਾ ਹੋਵੇ, ਲੋਕ ਤੁਹਾਨੂੰ ਬਦਦੁਆਵਾਂ ਦੇਣ, ਤੁਹਾਨੂੰ ਹਰ ਘਰ ਦੇ ਵਿੱਚ ਜਦੋਂ ਕਿਸੇ ਨਸ਼ੇ ਨਾਲ ਵੀ ਕੋਈ ਨੌਜਵਾਨ ਮਰਦਾ ਨਾ, ਉਹ ਸਰਕਾਰਾਂ ਨੂੰ ਗਾਲਾਂ ਪੈਂਦੀਆਂ ਨੇ। ਜਦੋਂ ਕੋਈ ਕਰਜ਼ੇ ਤੋਂ ਤੰਗ ਆ ਕੇ ਕਿਸਾਨ ਫਾਹੇ ਲੱਗਦਾ, ਉਦੋਂ ਵੀ ਸਰਕਾਰਾਂ ਨੂੰ, ਮੁੱਖ ਮੰਤਰੀ ਨੂੰ ਗਾਲਾਂ ਪੈਂਦੀਆਂ। ਜਦੋਂ ਕੋਈ ਅਧਿਆਪਕ ਟੈਂਕੀ ਤੇ ਚੜ੍ਹ ਕੇ ਛਾਲ ਮਾਰਦਾ ਜਾਂ ਸੁਸਾਈਡ ਕਰਦਾ, ਉਦੋਂ ਵੀ ਸਰਕਾਰਾਂ ਨੂੰ ਤੇ ਉਹਨਾਂ ਦੇ ਬੱਚਿਆਂ ਨੂੰ ਗਾਲਾਂ ਪੈਂਦੀਆਂ। ਇਹ ਬਦਦੁਆਵਾਂ ਗੰਦੀਆਂ ਹੁੰਦੀਆਂ। ਫਿਰ ਇਹੋ ਜਿਹੀਆਂ ਬਦਦੁਆਵਾਂ ਦੇ ਸਿਰ ਉੱਤੇ ਮਹਿਲ ਬਣਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ। ਹਾਂਜੀ। ਔਰ ਪਰਿਵਾਰ ਦਾ ਸਪੋਰਟ, ਜਾਂ ਪਰਿਵਾਰ ਨੂੰ ਪਤਾ ਲੱਗਿਆ ਹੋਣਾ ਕਿ ਅਨਮੋਲ ਇਲੈਕਸ਼ਨ ਲੜਨਗੇ, ਹਾਲਾਂਕਿ ਲੰਬੇ ਸਮੇਂ ਤੋਂ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਪਹਿਲਾਂ ਪਤਾ ਸੀਗਾ, ਜਦੋਂ ਆਏ ਤਾਂ ਪਰਿਵਾਰ ਦਾ ਸਪੋਰਟ ਕਿਹੋ ਜਿਹਾ? ਪਰਿਵਾਰ ਪੂਰੀ ਸਪੋਰਟ ਕਰੂਗਾ ਨਾਲ? ਪਰਿਵਾਰ ਦੀ ਸਪੋਰਟ ਹੈ ਜੀ। ਪਰਿਵਾਰ ਨੇ ਤਾਂ ਮੇਰੀ ਹਮੇਸ਼ਾ, ਮੈਂ ਤਾਂ ਬੜੀਆਂ ਫੀਲਡਾਂ ਬਦਲਦੀ ਹਾਂ ਜੀ। ਮੈਨੂੰ ਲੱਗਦਾ ਵੀ ਮੈਂ ਇੱਥੇ ਆਖਰਕਾਰ, ਕਹਿੰਦੇ ਹੁੰਦੇ ਨਾ, ਬੰਦੇ ਦੀ ਭਾਲ ਇੱਕ ਥਾਂ ਕਿ ਮੁੱਕਦੀ ਆ। ਇੱਕ ਵਾਰ ਮੈਂ ਇਕਨੋਮਿਕਸ 'ਚ ਗ੍ਰੈਜੂਏਸ਼ਨ ਕੀਤੀ, ਫਿਰ ਮੈਂ ਸਾਈਕੋਲੋਜੀ 'ਚ ਗ੍ਰੈਜੂਏਸ਼ਨ ਕੀਤੀ, ਤੇ ਫਿਰ ਉਦੋਂ ਮੇਰੇ ਕੋਲ ਮਿਊਜ਼ਿਕ ਵੋਕਲ ਵੀ ਸੀਗਾ। ਸੋ ਮੈਨੂੰ ਫਿਰ ਦੇਖੋ, ਗਾਇਕ ਉੱਥੋਂ ਹੀ ਯੂਥ ਫੈਸਟੀਵਲਾਂ 'ਚੋਂ, ਗਾਇਕੀ 'ਚੋਂ ਕਿਸੇ ਕੰਪਨੀ ਨੇ ਵੇਖ ਲਿਆ, ਪਤਾ ਨਹੀਂ ਸੀ ਕਦੇ ਕੋਈ ਖਾਨਦਾਨ ਸਾਡੇ ਤੇ ਨਹੀਂ ਸੀ ਗਾਇਕ, ਤੇ ਉਹ ਇਦਾਂ ਹੀ ਯੂਥ ਫੈਸਟੀਵਲਾਂ 'ਚੋਂ ਉਸ ਫੀਲਡ ਚੱਲ ਗਏ ਸੀ। ਪਰ ਆਖਰਕਾਰ ਜਦੋਂ ਸ਼ੁਰੂ 'ਚ ਹੀ ਮੈਨੂੰ, ਜਿਹੜਾ ਬਚਪਨ ਤੋਂ ਹੀ ਸਰਕਾਰਾਂ ਪ੍ਰਤੀ ਮੈਂ ਬੋਲਦੀ ਸੀ, ਛੋਟੀ ਹੁੰਦੀ 12-13 ਸਾਲ ਦੀ, ਤੇ ਇਹ ਪਤਾ ਨਹੀਂ ਕੀ ਸੀ, ਉਹ ਬਚਪਨ 'ਚੋਂ ਬੀਜ ਸੀਗਾ। ਗਾਇਕੀ 'ਚ ਵੀ ਮੈਂ ਹਰ ਸਟੇਜ ਤੇ ਹਰ ਗੀਤ ਮੇਰਾ ਸੋਸ਼ਲ ਜਿਹਾ ਹੀ ਹੁੰਦਾ ਸੀ, ਕੋਈ ਸੁਨੇਹਾ। ਸੋ ਮੈਂ ਕਿਹਾ ਵੀ ਗਾਇਕ ਬਹੁਤ ਨੇ ਜਿਹੜੇ ਲੋਕਾਂ ਨੂੰ ਮਨੋਰੰਜਨ ਦੇ ਸਕਦੇ ਨੇ, ਪਰ ਜੇ ਸਮਾਜ, ਕਰੋੜਾਂ ਲੋਕਾਂ ਦੀ ਜ਼ਿੰਦਗੀ ਸੰਵਾਰਨ ਵਾਲੇ ਨਿਵੇਕਲ ਕੁਝ ਖਾਸ ਹੁੰਦੇ ਨੇ, ਤੇ ਮੈਂ ਉਹਨਾਂ 'ਚ ਲਿਆ ਕਿ ਮੈਂ ਸਿਰਫ ਆਪਣੇ ਬਾਰੇ ਨਾ ਸੋਚਾਂ। ਜੇ ਮੇਰੇ ਨਾਲ ਬਹੁਤ ਲੋਕਾਂ ਦੀ ਜ਼ਿੰਦਗੀ ਸਵਰਦੀ ਹੈ ਮੇਰੀ ਆਵਾਜ਼ ਚੱਕਣ ਦੇ ਨਾਲ, ਤਾਂ ਮੈਨੂੰ ਆਉਣਾ ਚਾਹੀਦਾ। ਗਾਇਕੀ ਵਾਸਤੇ ਰਾਜੀ ਸੀਗਾ ਪਰਿਵਾਰ ਵੀ, ਗਾਇਕੀ ਵਾਲੀ ਲਾਈਨ ਅਨਮੋਲ ਗਗਨ ਮਾਨ ਚੁਣ ਲਵੇ ਤਾਂ? ਮੇਰੇ ਪਰਿਵਾਰ ਨੇ ਮੇਰੇ ਤੇ ਵਿਸ਼ਵਾਸ ਬਹੁਤ ਕਰਦਾ ਸ਼ੁਰੂ ਤੋਂ ਹੀ। ਥੋੜੀ ਜੀ ਮੈਂ ਕਹਿ ਲਓ ਕਿ ਬਹੁਤ ਲਾਡਲੀ ਰੱਖੀ ਹੋਈ ਆ। ਜਿੱਧਰ ਵੀ ਮੈਂ ਕਹਿ ਦਵਾਂ ਤੇ ਨਹੀਂ ਮੰਨਣਗੇ ਤਾਂ ਮੈਂ ਮਨਾ ਲੈਂਦੀ ਆ ਹਰ ਇੱਕ ਕੰਮ ਲਈ ਉਹਨਾਂ ਨੂੰ। ਤੇ ਇਦਾਂ ਹੁੰਦਾ ਨਾ, ਜਿੱਦੀ ਬੱਚੇ ਹੁੰਦੇ ਆ। ਦਾਬੇ ਨਾਲ ਮਨਾਉਂਦੇ ਹੋ ਕਿ ਪਿਆਰ ਨਾਲ? ਨਹੀਂ, ਮੇਰੇ ਮੰਮੀ ਡੈਡੀ ਤੇ ਤਾਂ ਮੇਰਾ ਦਾਬਾ ਵੀ ਚੱਲ ਜਾਂਦਾ, ਪੂਰਾ ਦਾਬਾ ਚੱਲਦਾ ਮੇਰਾ। ਪਿਆਰ ਵੀ ਬਹੁਤ ਕਰਦੀ ਆ। ਮੇਰੇ ਸਭ ਤੋਂ ਬੀਬਾ ਜਵਾਕ ਮੈਂ ਹੀ ਆ ਘਰ ਦੇ ਵਿੱਚ। ਉਹ ਕਹਿ ਦਿੰਦੇ ਆ ਕਿ ਸਾਨੂੰ ਕੋਈ ਹੁਣ ਮੇਰੇ
ਘਰ ਦੇ ਵਿੱਚ ਮੇਰੀ ਭਤੀਜੀ ਹੋਈ ਆ ਤੇ ਮੇਰੀ ਮਦਰ ਨੇ ਕਿਹਾ ਮੈਨੂੰ ਮੈਂ ਗੁੜਤੀ ਦਿੱਤੀ ਉਹਨੂੰ, ਮੇਰੀ ਭਾਬੀ ਦੀ ਸੀਗੀ, ਮੈਂ ਗੁੜਤੀ ਦੇਵਾਂ ਤੇ ਮੇਰੀ ਮਦਰ ਨੇ ਕਿਹਾ ਵੀ ਇਹ ਅਨਮੋਲ ਵਰਗੀ ਆ। ਉਹ ਮੈਨੂੰ ਲੱਗਿਆ ਨਹੀਂ ਵੀ ਉਹਦੀ ਸ਼ਕਲ ਮੇਰੇ ਵਰਗੀ ਆ ਤੇ ਬਹੁਤ ਪਿਆਰੀ ਜੀ ਉਹ, ਤੇ ਮੈਨੂੰ ਲੱਗਾ ਨਹੀਂ ਵੀ ਮੇਰੇ ਵਰਗੀ ਆ, ਪਰ ਮੇਰੀ ਮਾਂ ਨੇ ਜਦੋਂ ਕਿਹਾ ਮੇਰੇ ਵਰਗੀ, ਮੈਨੂੰ ਲੱਗਾ ਵੀ ਉਹਨੂੰ ਮੇਰੇ ਤੇ ਮਾਣ ਆ, ਵੀ ਮੈਨੂੰ ਪਿਆਰ ਕਰਦੀ, ਉਹਨੂੰ ਮੇਰੇ ਉਹਦੇ ਚੋਂ ਮੈਂ ਦਿਖਦੀ ਆ। ਇਹ ਤੁਹਾਡੀ ਪ੍ਰਾਪਤੀ ਹੁੰਦੀ ਆ ਜਦੋਂ ਭਾਬੀ ਤੁਹਾਨੂੰ ਆਪਣੇ ਬੱਚੇ ਨੂੰ ਗੁੜਤੀ ਦੇਣ ਨੂੰ ਕਹੇ, ਮਾਂ ਕਹੇ ਕਿ ਬੱਚਾ ਮੇਰੇ ਵਰਗਾ, ਪਿਓ ਕਹੇ ਕਿ ਇਹ ਵੱਡੀ ਹੋ ਕੇ ਆਪਣੀ ਭੂਆ ਵਰਗੀ ਬਣੂਗੀ। ਉਹ ਇਹ 'ਚ ਤੁਸੀਂ ਵੱਡੇ ਹੋ ਜਾਂਦੇ ਹੋ, ਤੁਹਾਨੂੰ ਇਹ ਲੱਗਦਾ ਵੀ ਮੈਂ ਆਪਣੇ ਮਾਂ-ਬਾਪ ਦੀ ਨਜ਼ਰਾਂ 'ਚ ਸਹੀ ਕੰਮ ਕਰਦੀ ਪਈ ਆ। ਹਾਂਜੀ, ਜਿਹੜੇ ਫੀਲਡ ਤੁਸੀਂ ਛੱਡਿਆ, ਗਾਇਕੀ ਲਾਈਨ ਛੱਡੀ ਹੈ, ਗਲੈਮਰ ਔਰ ਸੈਲੀਬ੍ਰਿਟੀ ਬਣ ਗਏ ਤੁਸੀਂ, ਜਿੱਥੇ ਵੀ ਜਾਣਾ ਕਿ ਜੀ ਅਨਮੋਲ ਗਗਨ ਮਾਨ ਆ ਗਈ, ਖਾੜੇ ਲੱਗਦੇ ਸੀਗੇ, ਲੋਕਾਂ ਨੇ ਬਹੁਤ ਪਿਆਰ ਕੀਤਾ, ਪਰ ਅਚਾਨਕ ਇਹ ਛੱਡਣਾ ਬਹੁਤ ਸੌਖਾ ਸੀਗਾ ਤੁਹਾਨੂੰ, ਜਾਂ ਮਤਲਬ ਯਾਦ ਆਉਂਦੀ ਕਦੇ ਵੀ ਹਾਂ ਘਰੇ ਹੀ ਗਾ ਲੈਂਦੇ ਹੋ, ਗਾ ਕੇ ਸ਼ੌਂਕ ਪੂਰਾ ਕਰ ਲੈਂਦੇ ਹੋ? ਨਹੀਂ, ਮੈਨੂੰ ਨਾ ਕਦੇ ਬਹੁਤੇ ਦੀਵਾਨਾਪਣ ਨਹੀਂ ਸੀ, ਮੇਰਾ ਸ਼ੌਂਕ ਹੀ ਸੀਗਾ। ਮੈਂ ਤੁਹਾਨੂੰ ਦੱਸਿਆ ਵੀ ਸਾਡਾ ਕੋਈ ਪਲਾਨ ਨਹੀਂ ਸੀ ਗਾਇਕੀ ਜਾਣ ਦਾ। ਯੂਥ ਫੈਸਟੀਵਲ ਦੇ ਵਿੱਚ ਮੈਨੂੰ ਉੱਥੋਂ ਹੀ ਮਿਸ ਵਰਲਡ ਪੰਜਾਬਣ ਕੰਪੀਟੀਸ਼ਨ ਸੀਗਾ, ਉਹਦੇ 'ਚ ਮੈਂ ਮਿਸ ਮੋਹਾਲੀ ਸੀ, ਉੱਥੋਂ ਹੀ ਚੱਕ ਲਿਆ ਕਿਸੇ ਗਾਣਾ ਕੀਤਾ ਸੀ, ਉਹ ਕੰਪਨੀਜ਼ ਘਰੇ ਆ ਗਈਆਂ, ਉਹ ਪਤਾ ਹੀ ਨਹੀਂ ਲੱਗਿਆ। ਤੇ ਅੱਛਾ ਸੀ ਉਸ, ਜੇ ਅੱਜ ਮੇਰਾ ਐਡਾ ਨਾਮ ਉਹਦੇ 'ਚ ਬਣਿਆ ਸੀ ਤੇ ਮੈਂ ਉਸ ਚੀਜ਼ ਨੂੰ ਮੁੱਕਰ ਨਹੀਂ ਸਕਦੀ, ਉਹਦੀ ਦੇਣ ਕਰਕੇ ਹੀ ਅੱਜ ਮੇਰੀ ਪਛਾਣ ਆ ਤੇ ਮੈਂ ਇੰਨੀ ਛੇਤੀ ਗਰੋਥ ਕਰ ਸਕੀ। ਤੇ ਐਡੀ ਕੋਈ ਗੱਲ ਨਹੀਂ ਹੈ ਕਿ ਮੈਨੂੰ ਬਾਹਲਾ ਕਦੀ ਮੈਂ ਕਲਾਕਾਰਾਂ ਨੂੰ ਮੇਰੇ 'ਚ ਗਾਣਾ ਗਾਉਣ ਵਾਲਾ ਸਾਰਾ ਦਿਨ ਕੀੜਾ ਨਹੀਂ ਰਹਿੰਦਾ, ਇਦਾਂ ਦੀ ਕੋਈ ਗੱਲ ਨਹੀਂ ਆ। ਤੇ ਮੈਂ ਠੀਕ ਇੱਧਰ ਮੈਨੂੰ ਜ਼ਿਆਦਾ ਖੁਸ਼ੀ ਹੈ, ਜਦੋਂ ਦਿਨ 'ਚ ਮੈਂ ਘੁੰਮਦੀ ਹਾਂ ਪਿੰਡਾਂ 'ਚ ਤੇ ਉਹ ਲੋਕ ਪਿਆਰ ਕਰਦੇ, ਗੱਲਾਂ ਦੱਸਦੇ ਆ, ਉਹ ਮੇਰੇ ਦਿਮਾਗ 'ਚ ਰਹਿੰਦੀਆਂ ਨੇ ਤੇ ਚੰਗੀ ਨੀਂਦ ਆਉਂਦੀ ਉਹ ਦੇਖ ਕੇ। ਹਾਂਜੀ, ਕਹਿੰਦੇ ਕਿ ਨਾ ਲੋਕ ਵਹਿਮ ਬਹੁਤ ਜਲਦੀ ਪਾ ਦਿੰਦੇ ਆ ਕਿ ਹਾਂਜੀ ਤੁਸੀਂ ਤਾਂ ਜਿੱਤ ਗਏ। ਗਰਾਊਂਡ ਤੇ ਅਨਮੋਲ ਗਗਨ ਮਾਨ ਹੋਣਾ ਦੇ ਕਿੰਨੇ ਕੁ ਸ਼ੁਭ ਚਿੰਤਕ ਤੇ ਕਿੰਨੇ ਕੁ ਵਿਸ਼ਵਾਸ ਪਾਤਰ ਨੇ ਜਿਹੜੇ ਗਰਾਊਂਡ ਤੇ ਵਰਕ ਕਰਕੇ ਰਿਐਲਿਟੀ ਦੱਸਦੇ ਨੇ, ਜਾਂ ਰਿਐਲਿਟੀ ਦੱਸਦੇ ਰਹਿਣਗੇ ਆਉਣ ਵਾਲੇ ਸਮੇਂ ਦੇ ਵਿੱਚ? ਨਹੀਂ, ਮੈਨੂੰ ਸਰ ਨੇ ਵੀ ਇਹ ਕਹਿ ਕੇ ਭੇਜਿਆ, ਕੇਜਰੀਵਾਲ ਸਰ ਨੇ, ਕਿ ਵੀ ਅਨਮੋਲ ਬਹੁਤ ਮਿਹਨਤ ਕਰਨੀ ਹੈ, ਬਹੁਤ ਜ਼ਿਆਦਾ ਕਰਨੀ ਹੈ। ਤੇ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਮੈਂ ਜਿੰਨੀ ਤੁਸੀਂ ਸੋਚ ਰਹੇ ਹੋ ਤੋਂ 4 ਗੁਣਾ ਜ਼ਿਆਦਾ ਕਰੂੰਗੀ, ਘਰ ਘਰ ਜਾਊਂਗੀ ਤੇ ਹਰ ਹਲਕੇ 'ਚ, ਹਰ ਵਾਰਡ 'ਚ, ਹਰ ਪਿੰਡ 'ਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੂੰਗੀ, ਸਭ ਕੁਝ ਕਰਾਂਗੇ। ਜਿੰਨੀ ਤੁਸੀਂ ਮਿਹਨਤ ਸੋਚ ਰਹੇ ਹੋ ਕਿਸੇ ਆਮ ਕੈਂਡੀਡੇਟ ਨਾਲੋਂ ਮੈਂ 4 ਗੁਣਾ ਜ਼ਿਆਦਾ ਹੀ ਮਿਹਨਤ ਕਰੂੰਗੀ। ਕਦੀ ਵੀ ਓਵਰ ਕੌਨਫੀਡੈਂਟ ਨਹੀਂ ਹੋਣਾ ਚਾਹੀਦਾ, ਮਿਹਨਤ ਜ਼ਰੂਰੀ ਹੈ, ਮਿਹਨਤ ਤੋਂ ਬਿਨਾਂ ਫਲ ਨਹੀਂ ਮਿਲਦਾ। ਗਾਇਕੀ ਅਲੱਗ ਫੀਲਡ ਹੈ, ਇਹ ਅਲੱਗ ਫੀਲਡ ਆ ਜੀ। ਇੱਕ ਆਖਰੀ ਦੋ ਆਖਰੀ ਸਵਾਲ ਲੈਣੇ, ਮੈਂ ਛੋਟੇ ਸਵਾਲ ਹੋਣਗੇ ਔਰ ਛੋਟੇ ਚਾਹੂੰਗਾ ਕਿ ਜਵਾਬ ਦਿਓ। ਪੰਜਾਬ ਦੇ ਮੁੱਖ ਮੰਤਰੀ ਨੂੰ ਲੈ ਕੇ ਕੋਈ ਸੁਜੈਸ਼ਨ ਜਾਂ ਕੀ ਲੱਗਦਾ ਅਨਮੋਲ ਗਗਨ ਮਾਨ ਹੋਣਾ ਨੂੰ ਕਿ ਕਿਹੋ ਜਿਹਾ ਮੁੱਖ ਮੰਤਰੀ ਹੋਣਾ ਚਾਹੀਦਾ ਪੰਜਾਬ ਦਾ? ਦੇਖੋ, ਪੰਜਾਬ ਦਾ ਮੁੱਖ ਮੰਤਰੀ ਪੰਜਾਬ ਨੂੰ ਪਿਆਰ ਕਰਨ ਵਾਲਾ, ਸਾਫ਼ ਦਿਲ ਵਾਲਾ ਤੇ ਚੰਗੀ ਨੀਤ ਵਾਲਾ ਹੋਣਾ ਚਾਹੀਦਾ, ਇੰਟੈਲੀਜੈਂਟ ਹੋਣਾ ਚਾਹੀਦਾ, ਦਿਮਾਗ ਹੋਣਾ ਚਾਹੀਦਾ, ਕਿ ਫੈਸਲੇ ਲੈਣ ਦੀ ਉਹਦੇ 'ਚ ਕਾਬਲੀਅਤ ਹੋਣੀ ਚਾਹੀਦੀ ਹੈ, ਤੇ ਦਿਲ ਦਰਿਆ ਹੋਣਾ ਚਾਹੀਦਾ, ਐਕਸਪਰਟਸ ਬੁਲਾਵੇ ਸਾਰੇ, ਭਾਵੇਂ ਜਿੱਥੋਂ ਮਰਜ਼ੀ ਬੁਲਾਉਣੇ ਪੈਣ, ਨੀਤੀਆਂ ਰੈਡੀ ਕਰੇ। ਪੰਜਾਬ ਨੂੰ ਉਹਦਾ ਇੱਕੋ ਡਰੀਮ ਹੋਣਾ ਚਾਹੀਦਾ ਕਿ ਮੈਂ ਪੰਜਾਬ ਨੂੰ ਭਾਰਤ ਦਾ ਨੰਬਰ 1 ਸੂਬਾ ਬਣਾਉਣਾ, ਤੇ ਜਦੋਂ ਇਹ ਅੰਦਰ ਲੱਗੀ ਹੋਵੇ ਤੇ ਸਭ ਕੁਝ ਉਹਨੇ ਕਰ ਲੈਣਾ, ਤੇ ਜਲਦੀ ਇਹੋ ਜਿਹਾ ਚਿਹਰਾ ਅਸੀਂ ਆਮ ਆਦਮੀ ਪਾਰਟੀ 'ਚੋਂ ਉਤਾਰਾਂਗੇ। ਤਲਾਸ਼ ਕਰ ਲਿਆ ਕਿ ਆਮ ਆਦਮੀ ਪਾਰਟੀ 'ਚੋਂ ਕਿਹੜਾ ਚਿਹਰਾ ਹੋਊਗਾ ਆਮ ਆਦਮੀ ਪਾਰਟੀ ਦਾ ਜੋ ਸੀਐਮ ਦਾ ਦਾਅਵੇਦਾਰ ਹੋਊਗਾ? ਬਿਲਕੁਲ ਜੀ, ਤਲਾਸ਼ ਕਰ ਲਿਆ ਗਿਆ। ਸੁਜੈਸ਼ਨ ਵੀ ਦੇ ਆਏ ਹੋ ਕੇਜਰੀਵਾਲ ਸਾਹਿਬ ਉਹਨਾਂ ਨੂੰ? ਨਹੀਂ, ਮੈਂ ਤਾਂ ਉਹਨਾਂ ਤੋਂ, ਮੈਂ ਤੇ ਸੁਜੈਸ਼ਨ ਮੈਂ ਤੇ ਕੀ ਦੇਣਾ ਜੀ, ਮੈਂ ਉਹਨਾਂ ਨੂੰ ਬਸ ਪੁੱਛ ਲੈਨੇ ਆ, ਤੇ ਜਲਦੀ ਜਦੋਂ ਸਹੀ ਟਾਈਮ ਆਊਗਾ ਤੇ ਉਹ ਸਾਰਿਆਂ ਦੇ ਰੂਬਰੂ ਕੀਤਾ ਜਾਊਗਾ। ਹਾਂਜੀ, ਬਹੁਤ ਧੰਨਵਾਦ। ਅਨਮੋਲ ਗਗਨ ਮਾਨ ਹੁਣੀ ਸਾਡੇ ਨਾਲ ਮੌਜੂਦ ਸਨ। ਅਨਮੋਲ ਗਗਨ ਮਾਨ ਦੇ ਗੀਤ ਬਹੁਤ ਮਕਬੂਲ ਹੋਏ, ਲੋਕਾਂ ਨੇ ਸੁਣਿਆ, ਬਹੁਤ ਪਿਆਰ ਕੀਤਾ, ਔਰ ਉਸ ਤੋਂ ਬਾਅਦ ਅਨਮੋਲ ਗਗਨ ਮਾਨ ਨੇ ਅਚਾਨਕ ਇਹ ਫੈਸਲਾ ਕੀਤਾ ਕਿ ਇਹ ਪ੍ਰੋਫੈਸ਼ਨ ਹੀ ਛੱਡ ਦੇਣਾ। ਉਸ ਤੋਂ ਬਾਅਦ ਰਾਜਨੀਤੀ ਦੇ ਵਿੱਚ ਆ ਗਏ ਅਨਮੋਲ ਗਗਨ ਮਾਨ, ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਉਸ ਤੋਂ ਬਾਅਦ ਹੁਣ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਮਿਲੀ ਹੈ ਅਨਮੋਲ ਗਗਨ ਮਾਨ ਹੁਣਾਂ ਨੂੰ। ਖਰੜ ਤੋਂ ਇਲੈਕਸ਼ਨ ਲੜਨਗੇ ਔਰ तमाम ਚੀਜ਼ਾਂ ਨੂੰ ਲੈ ਕੇ ਗੱਲਾਂ ਬਾਤਾਂ ਹੋਈਆਂ ਨੇ। ਵਿਜ਼ਨ ਦੇ ਨੂੰ ਲੈ ਕੇ ਵੀ ਚਰਚਾ ਹੋਈ ਕਿ ਵਿਜ਼ਨ ਕੀ ਹੈ ਅਨਮੋਲ ਗਗਨ ਮਾਨ ਹੁਣਾਂ ਦਾ। ਕਹਿੰਦੇ ਦਿਨ ਰਾਤ ਮਿਹਨਤ ਕਰਕੇ ਪੰਜਾਬ ਨੂੰ, ਸਾਡੀ ਕੋਸ਼ਿਸ਼ ਇਹੀ ਹੈ ਕਿ ਪੰਜਾਬ ਨੂੰ ਦੇਸ਼ ਦਾ ਨੰਬਰ 1 ਸੂਬਾ ਬਣਾਈਏ।